वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बादा प्रीतम सतगुरु जिस डिठा सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है प्रसंग है। जगत जुलंदे दा उदार कर दिया सतगुरु जी चलदे चलदे कई दिन सफर करदिया एक नगरी दे बाहर पहुंचते ने। किते दिवस गमने मग माही, ग्राम नगर को आवा नाही, जावो चले उजार महाना, बिना प्रजोजन जाए ना जाना। भाई मरदाने ने पूछया बाबा आपा किथे जा रहे हैं? सतगुरु मुस्कुरा के कहन लगे मरदानिया सुन कर बिगसे पंकज नैना, तह बलोक के उचरे बैना, प्यो नगर बूझन अनुरागी, उधर बिखे बहुरो शुद्ध लागी। सतगुरु कहन लगे की होया मरदानिया, फिर भुख लागी तेनू, कुछ खाना चाहना है कि तेनों शुदा ने भुख ने सताया। इथों तक आपा ने कल कथा सुनी सी। अगली कथा आप जी बड़े प्यार दे नाल सरवण करो। हाँ जी। मर्दाने तब वाक उचारे, है तो सही सो कौन निवारे। अगों भाई मरदाना जी कहन लगे भी बाबा गल तो सही है भी तुसी तो हो पौण आहारी ते मैनू तो भुख लगदी जिवें संसारियां नूं लगदी है। मर्दाने तब वाक उचारे, है तो सही सो कौन निवारे। पर सच है बाबा इस भुख नूं दूर कौन करे, मैनू तो सारा दिन ही भुख लगती है। हाँ जी। शुदा लगी क्या असन त्यारी, राखियो है किन आन अगारी। शुदा लगी क्या असन त्यारी,
ਬਾਬਾ ਤੁਸੀਂ ਇਵੇਂ ਪੁੱਛਿਆ ਜਿਵੇਂ ਮੈਨੂੰ ਭੁੱਖ ਲੱਗੀ ਹੋਵੇ ਤੇ ਕਿਸੇ ਨੇ ਮੇਰੇ ਅੱਗੇ ਖਾਣਾ ਪਰੋਸ ਦਿੱਤਾ ਹੋਵੇ, ਕੋਈ ਪਕਾ ਕੇ ਬੈਠਾ ਹੋਵੇ, ਕੋਈ ਥਾਲ ਪਰੋਸ ਕੇ ਬੈਠਾ ਹੋਵੇ, ਤਿਆਰ ਕਰਕੇ ਬੈਠਾ ਹੋਵੇ। ਰਾਖਿਓ ਹੈ ਕਿਨ ਆਣ ਅਗਾਰੀ, ਕੌਣ ਹੈ ਜਿਹਨੇ ਮੇਰੇ ਅੱਗੇ ਖਾਣਾ ਪਰੋਸਿਆ? ਭੁੱਖ ਲੱਗੇ ਨਾ ਲੱਗੇ, ਕੀ ਉਹਦਾ ਅਰਥ ਕੀ ਹੈ? ਉਹਦਾ ਕੋਈ ਮਾਇਨਾ ਨਹੀਂ ਹੈ, ਕਿਉਂਕਿ ਕੋਈ ਪਕਾ ਕੇ ਦੇਣ ਵਾਲਾ ਨਹੀਂ, ਕੋਈ ਥਾਲੀ ਵਿੱਚ ਪਰੋਸਣ ਵਾਲਾ ਨਹੀਂ, ਕੋਈ ਮੇਰੇ ਅੱਗੇ ਰੱਖਣ ਵਾਲਾ ਨਹੀਂ। ਇਸ ਭੁੱਖ ਨੂੰ ਬਾਬਾ ਕੌਣ ਨਿਵਾਰੇਗਾ, ਕੌਣ ਮਿਟਾਏਗਾ? ਹਾਂਜੀ। ਹਮ ਵਿਚਰਤ ਜਹ ਵਡ ਉਦਿਆਨਾ, ਮ੍ਰਿਤੂ ਹੋਏ ਕਬ ਹੀ ਮਮ ਪ੍ਰਾਨਾ। ਹਮ ਵਿਚਰਤ ਜੈ ਵੱਡ ਉਦਿਆਨਾ, ਬਾਬਾ ਦਿਨ ਰਾਤ ਜੰਗਲਾਂ ਵਿੱਚ, ਪਹਾੜਾਂ ਵਿੱਚ, ਸਮੁੰਦਰਾਂ ਵਿੱਚ ਅਸੀਂ ਵਿਚਰਦੇ ਹਾਂ ਤੇ ਉਹ ਸਮਾਂ ਦੂਰ ਨਹੀਂ ਹੈ। ਕਿਤੇ ਵੀ ਕਦੋਂ ਵੀ ਮੇਰੀ ਮੌਤ ਹੋ ਸਕਦੀ ਹੈ, ਉਹ ਵਕਤ ਦੂਰ ਨਹੀਂ ਹੈ। ਕੀ ਪਤਾ ਹੈ ਕਦੋਂ ਕਿੱਥੇ ਮੇਰੀ ਮੌਤ ਹੋ ਜਾਏ, ਕਿੱਥੇ ਮੈਨੂੰ ਮ੍ਰਿਤੂ ਜਿਹੜੀ ਹੈ ਉਹ ਗ੍ਰਸ ਲਵੇ। ਹਾਂਜੀ। ਕਹੂੰ ਕਹੂੰ ਆਵਤ ਕਰ ਮਾਹੀ, ਬਿਨਾ ਆਹਾਰ ਜੀਵਨਾ ਨਾਹੀ। ਕਦੇ ਕਦੇ ਬਾਬਾ ਮੈਨੂੰ ਭੋਜਨ ਮਿਲਦਾ ਹੈ, ਪਰ ਭੋਜਨ ਬਿਨਾ ਜ਼ਿੰਦਗੀ ਨਹੀਂ ਹੈ। ਜੋ ਅਸੀਂ ਖਾਂਦੇ ਹਾਂ, ਹੁਣ ਇੱਕ ਪੱਖ ਉਹਦਾ ਇਹ ਹੈ ਵੀ ਸਾਡੇ ਸ਼ੌਕ ਨੇ, ਇੱਕ ਪੱਖ ਇਹ ਹੈ ਵੀ 2 ਵਕਤ ਦੀ ਰੋਟੀ ਮਨੁੱਖ ਦੀ ਜ਼ਰੂਰਤ ਹੈ। ਇਹ ਰੋਟੀ, ਕੱਪੜਾ ਤੇ ਮਕਾਨ ਇਹ ਮਨੁੱਖ ਦੀਆਂ ਲੋੜਾਂ ਨੇ, ਸ਼ੌਕ ਨਹੀਂ ਹੈ। ਸ਼ੌਕ ਦੇ ਵਿੱਚ ਅੱਗੇ ਫਿਰ ਕੀ ਬਣਿਆ, ਕਦੋਂ ਦਾ ਬਣਿਆ, ਉਹ ਗੱਲਾਂ ਸ਼ੁਰੂ ਹੁੰਦੀਆਂ ਨੇ। ਸ਼ੌਕ ਦੇ ਵਿੱਚ ਵੀ ਕੋਠੀ ਕਿੰਨੇ ਕਮਰਿਆਂ ਦੀ ਹੈ, ਕੋਠੀ ਕਿਹੜੀ ਕਲੋਨੀ 'ਚ ਹੈ, ਇਹ ਸ਼ੌਕ ਨੇ। ਛੱਤ ਢੱਕਣ ਲਈ ਘਰ, ਇਹ ਬੰਦੇ ਦੀ ਲੋੜ ਹੈ। ਕੱਪੜੇ ਹੋਣ ਤਨ ਢੱਕਣ ਵਾਸਤੇ, ਇਹ ਲੋੜ ਹੈ। ਪਰ ਕਿਹੜੇ ਬ੍ਰਾਂਡ ਦੇ ਕੱਪੜੇ ਨੇ, ਇਹ ਸ਼ੌਕ ਨੇ ਬੰਦੇ ਦੇ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਇਹ ਤਾਂ ਜ਼ਰੂਰਤ ਹੈ ਤਨ ਦੀ। ਕਹੂੰ ਕਹੂੰ ਆਵਤ ਕਰ ਮਾਹੀ, ਬਿਨਾ ਆਹਾਰ ਜੀਵਨਾ ਨਾਹੀ। ਬਿਨਾ ਭੋਜਨ ਤੋਂ ਜੀਵਨ ਕਿਵੇਂ ਹੋ ਸਕਦਾ ਹੈ? ਬਿਨਾ ਖਾਣ ਤੋਂ ਜ਼ਿੰਦਗੀ ਕਿਵੇਂ ਹੋ ਸਕਦੀ ਹੈ? ਹਾਂਜੀ। ਕੋ ਜਾਣੈ ਕਿਉ ਹਵੈ ਨਿਰਬਾਹੂ, ਬਿਨਾ ਆਹਾਰ ਮੈਂ ਸੰਗ ਫਿਰਾਹੂ। ਕੋ ਜਾਣੈ ਕਿਉਂ ਹਵੈ ਨਿਰਬਾਹੂ, ਕੌਣ ਜਾਣਦਾ? ਕਿਵੇਂ ਜਾਣੇ ਕੋਈ ਕਿ ਇਹ ਨਿਰਵਾਹ ਕਿਵੇਂ ਹੋ ਸਕਦਾ ਹੈ? ਬਿਨਾ ਭੋਜਨ ਤੋਂ ਜ਼ਿੰਦਗੀ ਕਿਵੇਂ ਬਤੀਤ ਹੋ ਸਕਦੀ ਹੈ? ਬਿਨ ਆਹਾਰ ਮੈਂ ਸੰਗ ਫਿਰਾਹੂੰ, ਬਿਨਾ ਭੋਜਨ ਤੋਂ ਮੈਂ ਤੁਹਾਡੇ ਨਾਲ ਰਹਿਣਾ। ਕੁਝ ਖਾਣ ਨੂੰ ਨਹੀਂ ਮਿਲਦਾ, ਕੁਝ ਪੀਣ ਨੂੰ ਨਹੀਂ ਮਿਲਦਾ। ਇਹ ਮੇਰੀ ਜ਼ਿੰਦਗੀ ਕਿਵੇਂ ਸਥਿਰ ਹੋ ਸਕਦੀ, ਕਿਵੇਂ ਮੰਨਿਆ ਜਾ ਸਕਦਾ ਹੈ ਕਿ ਲੰਬਾ ਸਮਾਂ ਜਿਹੜਾ ਹੈ, ਇਹ ਜੀਵਨ ਜਿਹੜਾ ਹੈ ਇਹ ਬਣਿਆ ਰਹੇਗਾ, ਇਹ ਜੀਵਨ ਪ੍ਰਾਪਤ ਰਹੇਗਾ। ਹਾਂਜੀ। ਤੁਮ ਕੋ ਸ਼ੁੱਧਾ ਪਿਪਾਸਾ ਨਾਹੀ, ਰਹੋ ਆਨੰਦ ਸਦਾ ਮਨ ਮਾਹੀ। ਤੁਸੀਂ ਪਰਮੇਸ਼ਰ ਰੂਪ ਹੋ, ਨਾ ਤੁਹਾਨੂੰ ਭੁੱਖ ਹੈ ਨਾ ਤੁਹਾਨੂੰ ਪਿਆਸ ਹੈ। ਤੁਸੀਂ ਪਿਆਸ ਤੋਂ ਬਿਨਾ ਵੀ ਰਹਿ ਲੈਂਦੇ ਹੋ, ਭੁੱਖ ਤੋਂ ਬਿਨਾ ਵੀ ਰਹਿ ਲੈਂਦੇ ਹੋ। ਰਹੋ ਆਨੰਦ ਸਦਾ ਮਨ ਮਾਹੀ, ਤੁਸੀਂ ਆਨੰਦ ਵਿੱਚ ਰਹਿੰਦੇ ਹੋ, ਤੁਹਾਡੀ ਅਵਸਥਾ ਇਹ ਹੈ। ਪਰ ਮੈਂ ਇੱਕ ਸੰਸਾਰੀ, ਇੱਕ ਮਨੁੱਖ, ਮਨੁੱਖੀ ਸਤਾ ਤੇ ਮੇਰੀਆਂ ਸਾਰੀਆਂ ਹੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਤੇ ਜੀਵਨ ਦੀ ਲੋੜ ਨੇ ਬਾਬਾ। ਹਾਂਜੀ। ਮੰਦ ਮੰਦ ਬਿਗਸਤ ਸ਼੍ਰੀ ਬਦਨਾ, ਕਲੀ ਕੁੰਦ ਜਿਉ ਉਜਲ ਰਦਨਾ। ਹੌਲੀ ਹੌਲੀ ਸਤਿਗੁਰੂ ਮੁਸਕਰਾਉਂਦੇ ਨੇ। ਇਹ ਬਾਰ-ਬਾਰ ਆਪਾਂ ਇਸ ਇਤਿਹਾਸ ਦੀ ਕਥਾ ਵਿੱਚੋਂ ਸੁਣਦੇ ਹਾਂ ਕਿ ਜਿਵੇਂ ਆਪਾਂ ਲੋਕ ਖਿੜ ਖੜਾ ਕੇ ਹੱਸਦੇ ਹਾਂ, ਐਸਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਦਾ ਨਹੀਂ ਆਉਂਦਾ।
ਪਰ ਮੰਦ ਮੰਦ ਮੁਸਕਰਾਉਣਾ ਬਹੁਤ ਵਾਰੀ ਆਉਂਦਾ ਹੈ। ਇਹਨਾਂ ਦੇ ਮੁਸਕਰਾਉਣ ਦੀ, ਇਹਨਾਂ ਦੇ ਹੱਸਣ ਦੀ ਜਿਹੜੀ ਤਸ਼ਬੀਹ ਦਿੱਤੀ ਹੈ ਕਵੀ ਜੀ ਨੇ, ਉਹ ਹੈ ਕਿ ਕਲੀ ਕੁੰਦ ਜਿਉਂ ਉਜਲ ਰਦਨਾ। ਕਹਿੰਦੇ ਜਿਵੇਂ ਮਰਤਬਾਨ ਦੇ ਵਿੱਚ ਕੋਈ ਫੁੱਲ ਦੀ ਕਲੀ ਹੋਵੇ, ਵੀ ਥੋੜਾ ਜਿਹਾ ਉਹਦਾ ਰੂਪ ਨਜ਼ਰ ਆਉਂਦਾ ਹੈ, ਇੱਦਾਂ ਸਤਿਗੁਰੂ ਜੀ ਦੇ ਦੰਤ ਜਿਹੜੇ ਨੇ ਥੋੜੇ ਜਿਹੇ ਜਦੋਂ ਕਿਤੇ ਮੁਸਕਰਾਉਂਦੇ ਨੇ ਤੇ ਉਹ ਦ੍ਰਿਸ਼ਟ ਗੋਚਰੇ ਹੁੰਦੇ ਨੇ। ਹਾਂਜੀ। ਕਹਿਤ ਭਏ ਸੁਣੀਏ ਮਰਦਾਨਾ, ਸ਼ੁਦਾ ਸੰਗ ਜਿਹਵੇ ਹੱਥ ਪ੍ਰਾਨਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ, ਜੇ ਤੇਰੀ ਭੁੱਖ ਨਾਲ ਕਿਤੇ ਮੌਤ ਹੋ ਵੀ ਗਈ, ਪਹਿਲੀ ਗੱਲ ਤੇ ਹੋ ਨਹੀਂ ਸਕਦੀ ਕਿ ਤੂੰ ਮਰੇਗਾ ਨਹੀਂ, ਔਰ ਇਹ ਗੱਲ ਮਰਨ ਵਰਤ ਰੱਖਣ ਵਾਲਿਆਂ ਨੇ ਸਾਬਤ ਵੀ ਕੀਤੀ ਹੈ ਕਿ ਬੰਦਾ 70 ਦਿਨ ਜਿਉਂਦਾ ਰਹਿੰਦਾ ਹੈ। ਜੇ ਨਾ ਖਾਵੇ ਤੇ 70 ਦਿਨ ਜਿਉਂਦਾ ਰਹਿੰਦਾ ਹੈ, ਪਰ ਜੇ ਉਲਟਾ ਪੁਲਟਾ ਖਾਵੇ ਤੇ 5 ਮਿੰਟਾਂ ਵਿੱਚ ਵੀ ਮਰ ਸਕਦਾ ਹੈ। ਵੱਧ ਖਾ ਕੇ, ਮਾੜਾ ਖਾ ਕੇ, ਉਲਟਾ ਪੁਲਟਾ ਖਾ ਕੇ, ਬਹੁਤਾ ਖਾ ਕੇ, ਓਵਰ ਡਾਈਟਿੰਗ ਜਿਹੜੀ ਹੈ ਉਹ ਵੀ ਨੁਕਸਾਨ ਕਰਦੀ ਹੈ। ਸਾਡੇ ਨਗਰ ਦੇ ਨਾਲ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਪਿੰਡ ਦੇ ਵਿੱਚ ਜਿੱਦਾਂ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋਏ ਤੇ ਉਹਨਾਂ ਨੇ ਪੀਣੀ ਵੀ ਸ਼ੁਰੂ ਕਰ ਦਿੱਤੀ, ਖਾਣਾ ਵੀ ਸ਼ੁਰੂ ਕਰ ਦਿੱਤਾ। ਅੱਧੀ ਕੁ ਰਾਤ ਹੋਈ ਤੇ ਇੱਕ ਨੇ ਤੜਫਣਾ ਸ਼ੁਰੂ ਕਰ ਦਿੱਤਾ, ਹਾਏ ਮਰ ਗਿਆ, ਹਾਏ ਮਰ ਗਿਆ। ਹੁਣ ਜੇ ਅੱਜ ਤੋਂ 50 ਸਾਲ ਪਿੱਛੇ ਜਾਈਏ ਤੇ ਵੱਧ ਤੋਂ ਵੱਧ ਕਿਸੇ ਅਮੀਰ ਆਦਮੀ ਦੇ ਘਰ ਜੀਪ ਹੁੰਦੀ ਸੀ, ਕਾਰ ਨਹੀਂ ਸੀ ਹੁੰਦੀ ਪਿੰਡਾਂ ਥਾਵਾਂ 'ਚ। ਅਖੀਰ ਉਹਨਾਂ ਨੇ ਟਰੈਕਟਰ ਟਰਾਲੀ ਬਾਹਰ ਕੱਢੀ, ਟਰਾਲੀ 'ਚ ਹੀ ਉਹ ਬਜ਼ੁਰਗ ਦਾ ਮੰਜਾ ਰੱਖ ਲਿਆ। ਕੱਚੇ ਰਸਤੇ ਸੀ। ਹੁਣ ਉਹ ਜਦੋਂ ਫਾਜ਼ਿਲਕਾ ਸ਼ਹਿਰ ਨੂੰ ਲੈ ਕੇ ਤੁਰੇ, ਕੰਧ ਵਾਲਾ ਪਿੰਡ ਸੀ ਉਹਨਾਂ ਦਾ, ਤੇ ਉਹ ਚਲਿਆਂ ਦੇ ਵਿੱਚੋਂ ਜੀ ਕਦੇ ਟਰਾਲੀ ਇੱਧਰ ਵੱਜੇ, ਕਦੇ ਮੰਜੀ ਐ ਨੂੰ ਜਾਵੇ, ਕਦੇ ਮੰਜੀ ਐ ਨੂੰ ਜਾਵੇ, ਕਦੇ ਜੇ ਫਾਜ਼ਿਲਕਾ ਬੰਦਾ ਪਹੁੰਚਿਆ ਵੀ ਨਹੀਂ, ਕਹਿੰਦਾ ਹੁਣ ਮੈਂ ਠੀਕ ਆ, ਵਾਪਸ ਲੈ ਚੱਲੋ। ਉਹ ਕਹਿੰਦੇ ਨਹੀਂ, ਹੁਣ ਤੇ ਡਾਕਟਰ ਨੂੰ ਵਿਖਾ ਕੇ ਹੀ ਮੁੜਾਂਗੇ। ਡਾਕਟਰ ਕੋਲ ਗਿਆ, ਕਹਿੰਦਾ ਹੋਣਾ ਕੀ ਹੈ? ਕਹਿੰਦਾ ਇਹਨੇ ਵੱਧ ਖਾ ਲਿਆ ਤੇ ਸੱਜੇ ਖੱਬੇ ਮੰਜੀ ਵੱਜੀ ਹੈ ਤੇ ਪਚ ਗਿਆ। ਬਹੁਤਾ ਖਾਣ ਨਾਲ, ਮਾੜਾ ਖਾਣ ਨਾਲ, ਗਲਤ ਖਾਣ ਨਾਲ ਇੱਕ ਸਕਿੰਟ ਵਿੱਚ ਮੌਤ ਹੋ ਸਕਦੀ ਹੈ, ਪਰ ਭੁੱਖੇ ਰਹਿਣ ਨਾਲ 70 ਦਿਨ ਵੀ ਨਹੀਂ ਹੋ ਸਕਦੀ। ਜਿਨ੍ਹਾਂ ਨੇ ਮਰਨ ਵਰਤ ਰੱਖੇ ਨੇ ਉਹਨਾਂ ਦੀ 70 ਦਿਨ ਦੀ ਹਿਸਟਰੀ ਹੈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ, ਪਹਿਲੀ ਗੱਲ ਤੇ ਤੂੰ ਮਰਦਾ ਨਹੀਂ। ਕਹਿਤ ਭਏ ਸੁਣੀਏ ਮਰਦਾਨਾ, ਸ਼ੁਦਾ ਸੰਗ ਜੇ ਹਵੈ ਹੱਥ ਪ੍ਰਾਨਾ। ਪਰ ਜੇ ਕਿਤੇ ਤੂੰ ਮਾਰੀ ਜਾਵੇਂ, ਵੀ ਕੋਈ ਐਸਾ ਅੰਦਰ ਭੁੱਖ ਨਾਲ ਸੂਲ ਉੱਠੇ ਕਿ ਤੇਰੇ ਪ੍ਰਾਣ ਚਲੇ ਜਾਣ, ਤੇਰੀ ਮੌਤ ਹੋ ਜਾਏ। ਹਾਂਜੀ। ਇਸ ਬਿਦ ਕੋ ਹਮ ਜਾਮਣ ਤੇਰੇ, ਗਏ ਪ੍ਰਾਣ ਆਨੇ ਤਨ ਫੇਰੇ। ਸਤਿਗੁਰੂ ਕਹਿਣ ਲੱਗੇ, ਇਹ ਤੇਰੇ ਨਾਲ ਸਾਡਾ ਵਾਅਦਾ ਰਿਹਾ, ਅਸੀਂ ਤੇਰੇ ਜਾਮਣ ਬਣੇ, ਵੀ ਪ੍ਰਾਣ ਤੇਰੇ ਵਾਪਸ ਅਸੀਂ ਲਿਆ ਕੇ ਦਿਆਂਗੇ। ਭਾਵ ਮਰਨ ਤਾਂ ਨਹੀਂ ਦਿੰਦੇ ਮਰਦਾਨਿਆਂ ਤੈਨੂੰ। ਸਾਡੇ ਨਾਲ ਰਹਿ ਕੇ ਇੱਕ ਫਿਕਰ ਤੇ ਛੱਡ ਦੇਣਾ ਵੀ ਬਾਬਾ ਕਿਤੇ ਮੇਰੀ ਮੌਤ ਹੋ ਜਾਏਗੀ। ਸਤਿਗੁਰੂ ਕਹਿੰਦੇ ਮੌਤ ਨਹੀਂ ਹੁੰਦੀ ਤੇਰੀ ਬਈ। ਪੁੰਨ ਇੱਕ ਦਿਨ ਮਰਨਾ ਹੈ ਸਾਚੋ, ਜਿਉ ਜਲ ਬਿਖੈ ਹੋਏ ਘਟ ਕਾਚੋ। ਰਹੀ ਗੱਲ ਮਰਦਾਨਿਆਂ ਮੌਤ ਦੀ, ਭਾਈ ਮੌਤ ਇੱਕ ਦਿਨ ਤੇ ਫਿਰ ਆਏਗੀ ਆਏਗੀ। ਚਲੋ ਸਫ਼ਰ 'ਚ ਤੇ ਅਸੀਂ ਬਚਾ ਲਾਂਗੇ, ਤੈਨੂੰ ਮੁੜ ਕੇ ਕੀ ਹੋਏਗਾ। ਸਤਿਗੁਰੂ ਕਹਿਣ ਲੱਗੇ, ਮੌਤ ਨਿਸ਼ਚਿਤ ਹੈ ਮਰਦਾਨਿਆਂ, ਇੱਕ ਦਿਨ ਹਰ ਵਿਅਕਤੀ ਨੇ ਮਰਨਾ ਹੈ। ਮੌਤ ਦਾ ਸੱਚ ਐਸਾ ਹੈ, ਜਿਉਂ ਜਲ ਵਿਖੇ ਹੋਏ ਘਟ ਕਾਚੋ। ਪਾਣੀ ਵਿੱਚ ਕੱਚਾ ਘੜਾ ਕਿੰਨੇ ਦਿਨ ਕੱਟੇਗਾ? ਪਾਣੀ ਦੇ ਵਿੱਚ
ਤੁਸੀਂ ਕੱਚਾ ਘੜਾ ਰੱਖ ਦਿਓ, ਸਤਿਗੁਰੂ ਕਹਿੰਦੇ ਜਿਵੇਂ ਉਹਨੇ ਹੁਣ ਨਹੀਂ ਥੋੜੀ ਦੇਰ ਤੱਕ ਸਹੀ ਉਹਨੇ ਗਲ ਜਾਣਾ ਹੈ। ਬਿਲਕੁਲ ਇਸੇ ਤਰ੍ਹਾਂ ਸਰੀਰ ਹੈ, ਇਹਨੇ ਖਤਮ ਹੋ ਜਾਣਾ ਹੈ, ਇਹਨੇ ਰਹਿਣਾ ਹੀ ਨਹੀਂ। ਇਹ ਸਰੀਰ ਰੂਪੀ ਕੱਪੜਾ ਆਪ ਹੀ ਜਰਜਰਾ ਹੋ ਜਾਂਦਾ ਹੈ। ਤੁਸੀਂ ਸ਼ਾਇਦ ਸੁਣਿਆ ਹੋਏਗਾ ਇਹ ਸਕਿਨ ਉਤਰਨੀ ਸ਼ੁਰੂ ਹੋ ਜਾਂਦੀ ਹੈ। ਇਹ ਦਾ ਇੱਕ ਐਸਾ ਵੀ ਵਕਤ ਆਉਂਦਾ ਹੈ। ਤਨ ਦੇ ਉੱਤੇ ਪਾਇਆ ਕੱਪੜਾ ਜਿਹੜਾ ਹੈ, ਜਿਹੜੇ ਕੱਪੜੇ ਨੂੰ ਪਾ ਕੇ ਮਨੁੱਖ ਰੈਂਪ ਤੇ ਤੁਰਦਾ ਹੈ ਵੀ ਵੇਖੋ ਜੀ ਮੈਂ ਕਿੰਨਾ ਸੋਹਣਾ, ਇਹ ਕੱਪੜਾ ਤਨ ਨੂੰ ਵੱਢਣ ਲੱਗ ਜਾਂਦਾ। ਅਗਲਾ ਕਹਿੰਦਾ ਮੇਰੇ ਤੋਂ ਕੱਪੜਾ ਪਰੇ ਕਰ ਦਿਓ, ਮੇਰੀ ਸਕਿਨ ਸਰੀਰ ਜਿਹੜਾ ਹੈ ਉਹ ਕੱਪੜੇ ਦਾ ਭਾਰ ਨਹੀਂ ਚੁੱਕ ਸਕਦੀ। ਹੁਣ ਇੱਕ ਵਿਅਕਤੀ ਬਾਹਾਂ ਦੇ ਨਾਲ ਜਿਹੜੇ weight lifting ਕਰਦੇ ਨੇ, ਤੁਸੀਂ ਵੇਖਿਆ ਕਿੰਨੇ ਕਿੰਨੇ 100 ਕਿਲੋ ਭਾਰ ਚੁੱਕ ਲੈਂਦੇ ਨੇ। ਪਰ ਜੇ ਕਿਤੇ ਅਧਰੰਗ ਹੋ ਜਾਏ, ਸਟੋਕ ਹੋ ਜਾਏ, ਬਾਂਹ ਰੁਕ ਜਾਏ, ਤਾਂ ਤੁਸੀਂ ਵੇਖੋ ਬੰਦੇ ਤੋਂ ਖੁਦ ਬਾਂਹ ਨਹੀਂ ਚੁੱਕੀ ਜਾਂਦੀ। ਉਹ ਬਾਂਹ ਜਿਹੜੀ ਸੈਂਕੜੇ ਕਿਲੋ ਭਾਰ ਚੁੱਕ ਸਕਦੀ ਹੈ, ਅਗਰ ਉਹ ਬਾਂਹ ਡੈਡ ਹੋ ਜਾਏ, ਰੁਕ ਜਾਏ, ਤੇ ਉਹ ਬਾਂਹ ਖੁਦ ਵੀ ਬੰਦੇ ਨੂੰ ਚੁੱਕਣੀ ਜਿਹੜੀ ਮੁਹਾਲ ਹੋ ਜਾਂਦੀ ਹੈ। ਹਾਂਜੀ। ਦਿਸ਼ਟ ਮਾਨ ਜੋ ਸਕਲ ਪਸਾਰਾ, ਇਹ ਜਾਨੋ ਹੈ ਕਾਲ ਆਹਾਰਾ। ਮਰਦਾਨਿਆ ਮਰਨਾ ਸੱਚ ਹੈ, ਜਿਵੇਂ ਪਾਣੀ ਦੇ ਵਿੱਚ ਕੱਚੇ ਘੜੇ ਦੀ ਕਹਾਣੀ ਹੈ। ਦ੍ਰਿਸ਼ਟ ਮਾਨ ਜੋ ਸਕਲ ਪਸਾਰਾ, ਜੋ ਕੁਝ ਤੇਰੀਆਂ ਅੱਖਾਂ ਦੇ ਸਾਹਮਣੇ ਦਿਸ ਰਿਹਾ ਹੈ, ਜੋ ਦਿਸੈ ਸੋ ਚਾਲਣਹਾਰ। ਇਹਦੇ ਚੋਂ ਕੋਈ ਚੀਜ਼ ਇੱਥੇ ਰਹਿਣ ਵਾਲੀ ਨਹੀਂ ਜੇ। ਮਤ ਇਸ ਭੁਲੇਖੇ ਵਿੱਚ ਪੈਣਾ ਕਿ ਕੋਈ ਚੀਜ਼ ਸਦੀਆਂ ਤੱਕ ਇੱਥੇ ਟਿਕੀ ਰਹੇਗੀ। ਇਹ ਠੀਕ ਹੈ ਕਿ ਮੇਰੇ ਹੁੰਦਿਆਂ ਨਹੀਂ ਮੁੱਕੇਗੀ, ਮੇਰੇ ਤੋਂ ਬਾਅਦ ਮੁੱਕ ਜਾਏਗੀ, ਪਰ ਹਰ ਚੀਜ਼ ਜਿਹੜੀ ਹੈ ਉਹ ਮੁੱਕਣ ਵਾਲੀ ਹੈ, ਖਤਮ ਹੋਣ ਵਾਲੀ ਹੈ, ਬਿਨਸਨਹਾਰ ਹੈ। ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਦ੍ਰਿਸ਼ਟ ਮਾਨ ਜੋ ਸਕਲ ਪਸਾਰਾ, ਇਹ ਜਾਨੋ ਹੈ ਕਾਲ ਆਹਾਰਾ। ਇਹ ਸਭ ਕੁਝ ਜਿਹੜਾ ਹੈ ਇਹ ਮੌਤ ਦਾ ਭੋਜਨ ਹੈ। ਇੱਕ ਮੌਤ ਨੇ ਇੱਕ ਦਿਨ ਸਭ ਨੂੰ ਖਾ ਜਾਣਾ ਹੈ। ਬੜੇ ਬੜੇ ਲੋਕ ਆਏ, ਮੌਤ ਖਾ ਗਈ ਉਹਨਾਂ ਨੂੰ। ਜਿਨ੍ਹਾਂ ਨੇ ਦਾਅਵੇ ਕੀਤੇ ਸੀ ਕਿ ਅਸੀਂ ਕਾਲ ਪਾਵੇ ਨਾਲ ਬੰਨੇ, ਰਾਵਣ ਵਰਗੇ, ਕਾਲ ਉਹਨਾਂ ਨੂੰ ਵੀ ਖਾ ਗਿਆ। ਜਿਨ੍ਹਾਂ ਨੇ ਵਰ ਲਏ ਸੀ ਕਿ ਸਾਨੂੰ ਕਾਲ ਮਾਰ ਨਹੀਂ ਸਕਦਾ, ਹਰਨਾਕਸ਼ ਵਰਗੇ, ਉਹਨਾਂ ਨੂੰ ਨਰਸਿੰਘ ਰੂਪ ਧਾਰਨ ਕਰਕੇ ਰੱਬ ਨੇ ਆਪ ਮਾਰ ਦਿੱਤਾ। ਹਾਂਜੀ। ਅਬ ਤੂੰ ਹਿਰਦੇ ਉਦਰ ਨਾਹੀ, ਚਾਹੋ ਜੇ ਅਚੋ ਚਲੋ ਪੁਰ ਮਾਹੀ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ, ਹੁਣ ਜਿਹੜਾ ਨਗਰ ਆ ਰਿਹਾ ਹੈ ਤੂੰ ਫਿਕਰ ਨਾ ਕਰ, ਕੋਈ ਉਦਰੇਵਾ ਨਹੀਂ ਕਰਨਾ, ਕੋਈ ਮਨ ਦੇ ਵਿੱਚ ਕੋਈ ਡਰ, ਕੋਈ ਤੌਖਲਾ ਨਹੀਂ ਲੈ ਕੇ ਆਉਣਾ। ਤੈਨੂੰ ਕੁਝ ਨਹੀਂ ਹੋਏਗਾ, ਸਾਡੀ ਗਰੰਟੀ ਹੈ, ਸਾਡੀ ਜ਼ਿੰਮੇਵਾਰੀ ਹੈ, ਅਸੀਂ ਜਾਵਣਾ। ਤੂੰ ਨਗਰ ਵਿੱਚ ਜਾ, ਤੇ ਨਗਰ ਵਿੱਚ ਜਾ ਕੇ ਚਾਹੋ ਜੇ ਅਚੋ ਚਲੋ ਪੁਰ ਜਾਹੀ, ਜੋ ਤੇਰਾ ਦਿਲ ਕਰੇ ਖਾ, ਤੈਨੂੰ ਕੋਈ ਨਹੀਂ ਰੋਕੇਗਾ, ਤੂੰ ਆਪਣੀ ਮਰਜ਼ੀ ਨਾਲ ਖਾ ਸਕਦਾ ਹੈ। ਹਾਂਜੀ। ਨਹੀਂ ਦੂਰ ਅਬ ਆਏ ਨਜੀਕਾ, ਅਸ ਕਹਿ ਤੂੰ ਸ਼ਣ ਭੇ ਜਗ ਟੀਕਾ। ਤੇ ਨਗਰੀ ਕਹਿੰਦੇ ਸਤਿਗੁਰੂ ਆਉਣ ਲੱਗੀ ਹੈ, ਬੜੀ ਛੇਤੀ ਉਹ ਨਗਰ ਆ ਜਾਏਗਾ, ਬੜੀ ਥੋੜੀ ਦੇਰ ਦੇ ਵਿੱਚ ਆਪਾਂ ਉਸ ਨਗਰ ਪਹੁੰਚ ਜਾਣਾ ਹੈ। ਹਾਂਜੀ। ਮੰਦ ਮੰਦ ਗਮਨੈ ਗੁਰ ਪੂਰਾ, ਜਿਹ ਕੋ ਦਰਸ਼ਨ ਸੋਹਤ ਰੂਰਾ। ਇੰਨੇ ਬਚਨ ਕਹਿ ਕੇ ਸਤਿਗੁਰੂ ਜੀ ਫਿਰ ਚੁੱਪ ਕਰ ਗਏ। ਸਤਿਗੁਰੂ ਬਹੁਤ ਘੱਟ ਬੋਲਦੇ ਸੀ। ਸਤਿਗੁਰੂ ਜੀ ਨੇ ਚੁੱਪ ਧਾਰਨ ਕਰ ਲਈ ਹੈ। ਹੌਲੀ ਹੌਲੀ ਚੱਲਦੇ 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 ਨਗਰੀ ਦੇ ਨਜ਼ਦੀਕ ਪਹੁੰਚੇ ਨੇ। ਮੰਦ ਮੰਦ ਗਮਨੈ ਗੁਰ ਪੂਰਾ, ਜੈ ਕੋ ਦਰਸ਼ਨ ਸੋਹਤ ਰੂਰਾ। ਇਹ ਉਹ ਗੁਰੂ ਨਾਨਕ ਨੇ ਜਿਨ੍ਹਾਂ ਦੇ ਦਰਸ਼ਨ ਸੁੰਦਰ ਨੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਨੇ, ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ,
ਡਿੱਠੈ ਮਿਲੈ। ਜਿਵੇਂ ਕਈ ਬੰਦਿਆਂ ਦਾ ਮੂੰਹ ਸਵੇਰੇ ਉੱਠ ਕੇ ਵੇਖੀਏ ਤੇ ਰੋਟੀ ਨਹੀਂ ਨਸੀਬ ਹੁੰਦੀ। ਲੋਕਾਂ ਦੀ ਇੱਕ ਧਾਰਨਾ ਬਣੀ ਹੋਈ ਵੀ ਕਈ ਬੰਦੇ ਐਸੇ ਹੁੰਦੇ ਨੇ ਕਿ ਜੇ ਸਵੇਰੇ ਸਵੇਰੇ ਮੱਥੇ ਲੱਗ ਜਾਣ ਤਾਂ ਦਿਨ ਦੀ ਰੋਟੀ ਵੀ ਜਿਹੜੀ ਹੈ ਨਾ ਉਹ ਔਖੀ ਹੋ ਜਾਂਦੀ ਹੈ, ਮੁਸ਼ਕਲ ਹੋ ਜਾਂਦੀ ਹੈ। ਦਿਨ ਦੀ ਰੋਟੀ ਵੀ ਜਿਹੜੀ ਹੈ ਉਹ ਵੀ ਗਵਾਚ ਜਾਂਦੀ, ਉਹ ਵੀ ਨਸੀਬ ਨਹੀਂ ਹੁੰਦੀ। ਪਰ ਕਈ ਬੰਦਿਆਂ ਦੇ ਪ੍ਰਤੀ ਅਸੀਂ ਖੁਦ ਵੀ ਕਹਿੰਦੇ ਵੀ ਭਰਾ ਜੀ ਅੱਜ ਤਾਂ ਸਵੇਰੇ ਸਵੇਰੇ ਤੁਹਾਡੇ ਦਰਸ਼ਨ ਹੋਏ ਨੇ, ਅੱਜ ਦਾ ਦਿਨ ਤੇ ਮੇਰੇ ਲਈ ਬਹੁਤ ਲੱਕੀ ਹੋਏਗਾ, ਬਹੁਤ ਅੱਛਾ ਹੋਏਗਾ, ਅੱਜ ਦਾ ਦਿਨ ਤੇ ਭਾਗਾਂ ਵਾਲਾ ਹੋਏਗਾ। ਕਈਆਂ ਦੇ ਪ੍ਰਤੀ ਅਸੀਂ ਇੱਦਾਂ ਵੀ ਸੋਚ ਰੱਖਦੇ ਹਾਂ। ਤੋ ਗੁਰੂ ਨਾਨਕ ਦੇ ਪਿਤਾ ਪੂਰੇ ਸਤਿਗੁਰੂ ਜੀ ਦੇ ਸੁੰਦਰ ਦਰਸ਼ਨਾਂ ਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ। ਹਾਂਜੀ। ਨਿਕਟ ਨਗਰ ਆਵਾ ਤਬੈ ਬਹੁ ਸੁੰਦਰ ਦੁਤਵੰਤ। ਕੁਝ ਸਮੇਂ ਬਾਅਦ ਉਹ ਨਗਰੀ ਆ ਗਈ। ਉਹ ਨਗਰੀ ਕਹਿੰਦੇ ਸੋਹਣੀ ਬਹੁਤ ਹੈ। ਹੁਣ ਉਹਦੇ ਆਲੇ ਦੁਆਲੇ ਤੋਂ ਹੀ ਪਤਾ ਲੱਗ ਗਿਆ। ਜਦੋਂ ਅਸੀਂ ਅੱਜ ਕੋਈ ਮਕਾਨ ਖਰੀਦਣਾ ਹੋਵੇ ਨਾ ਤੇ ਜਿਹੜੇ ਬਿਲਡਰ ਲੋਕ ਨੇ, ਭਾਵੇਂ ਅੰਦਰ ਉਹਨਾਂ ਨੇ ਕੋਈ ਪਲਾਟ ਦੀ ਧਰਤੀ ਦੀ ਨਿਸ਼ਾਨਦੇਹੀ ਵੀ ਨਾ ਕੀਤੀ ਹੋਵੇ, ਕੋਈ ਮਾਰਕਿੰਗ ਨਾ ਹੋਵੇ, ਪਰ ਤੁਸੀਂ ਇੱਕ ਵੇਖੋਗੇ ਵੀ ਜਿੱਥੋਂ ਰੋਡ ਕੱਟਦੀ ਹੋਏਗੀ ਉੱਥੇ ਗਰੀਨਰੀ, ਅੱਗੇ ਵੱਡਾ ਸਾਰਾ ਗੇਟ, ਕਿ ਉਹ ਬੰਦਾ ਗੇਟ ਨੂੰ ਹੀ ਵੇਖ ਕੇ ਐਂ ਲੱਗਦਾ ਵੀ ਸ਼ਾਇਦ ਮੇਰਾ ਘਰ ਲਾਲ ਕਿਲੇ 'ਚ ਹੀ ਹੋਏਗਾ ਜੇ ਇੱਥੇ ਮੈਨੂੰ ਪਲਾਟ ਮਿਲ ਜਾਂਦਾ। ਪਰ ਉਹ ਸਾਰਾ ਕੁਝ ਵਿਖਾਉਣ ਵੇਚਣ ਵਾਸਤੇ ਹੀ ਹੁੰਦਾ ਹੈ। ਹੁਣ ਇੱਥੋਂ ਇੱਕ ਗੱਲ ਜਿਹੜੀ ਸਮਝਣ ਦੀ ਲੋੜ ਹੈ ਕਿ ਜਿਹੜੇ ਸੁੰਦਰ ਨਗਰ ਹੁੰਦੇ ਨੇ ਉਹ ਬਾਹਰੋਂ ਪਤਾ ਲੱਗਦਾ। ਬਾਹਰ ਰੂੜੀਆਂ, ਪਰਾਲੀਆਂ, ਛੱਪੜ, ਤੇ ਆਪਾਂ ਕਹੀਏ ਜੀ ਬੜੀ ਵਧੀਆ ਇਹ ਨਗਰੀ ਹੈ, ਕਿੱਦਾਂ ਕਿਹਾ ਜਾਵੇ ਵੀ ਸਾਰੀ ਗੰਦਗੀ ਤੇ ਇਹਨਾਂ ਨੇ ਬੂਹੇ ਅੱਗੇ ਰੱਖੀ ਹੋਈ ਹੈ ਆਪਣੇ। ਕੋਈ ਕਿਸੇ ਵਿਅਕਤੀ ਨੇ ਤੁਹਾਡਾ ਘਰ ਅੰਦਰੋਂ ਨਹੀਂ ਵੇਖਣਾ ਹੁੰਦਾ, ਪਹਿਲਾਂ ਲੋਕਾਂ ਨੇ ਤੁਹਾਡੀ ਇੰਟਰਸਟ ਵੇਖਣੀ ਹੈ, ਤੁਹਾਡਾ ਦਰਵਾਜ਼ਾ ਵੇਖਣਾ ਹੈ, ਤੁਹਾਡੇ ਘਰ ਦਾ ਬੂਹਾ ਵੇਖਣਾ ਹੈ, ਤੁਹਾਡੀ ਗਲੀ ਵੇਖਣੀ ਹੈ। ਇੱਥੇ ਬੰਦੇ ਦੇ ਹਾਲਾਤ ਇਹ ਨੇ ਵੀ ਕੋਠੀ ਤੇ 3 ਕਰੋੜ ਲਾ ਲੇਗਾ ਤੇ ਗਲੀ 'ਚ ਖਲੋ ਕੇ ਰੋਜ਼ ਮਿਊਨਿਸਪਲ ਕਮੇਟੀ ਨੂੰ ਗਾਲਾਂ ਕੱਢੀ ਜਾਏਗਾ, ਕਹਿੰਦਾ ਇਹ ਤਾਂ ਬੁਰਾ ਹਾਲ ਹੈ ਜੀ। ਕਹਿੰਦਾ ਕਾਰਪੋਰੇਸ਼ਨ ਦਾ ਵੇਖੋ ਜੀ ਸਾਡੇ ਬੂਹੇ ਅੱਗੇ ਕਹਿੰਦਾ ਪਾਣੀ ਖਲੋਤਾ ਹੈ, ਵੀ ਮੂਰਖਾ 3 ਕਰੋੜ ਅੰਦਰ ਲਾਇਆ, 3 ਲੱਖ ਬੂਹੇ ਅੱਗੇ ਲਾ ਦੇ, ਘਰ ਤੇ ਤੇਰਾ ਹੀ ਹੈ ਨਾ। ਤੂੰ ਘੱਟੋ ਘੱਟ ਆਪਣਾ ਬੂਹਾ ਤੇ ਸਵਾਰਨਾ। ਸੁੰਦਰ ਨਗਰੀ ਜਦੋਂ ਸਤਿਗੁਰੂ ਜੀ ਪਹੁੰਚੇ ਨੇ, ਤਬੇ ਬਹੁਤ ਸੁੰਦਰ ਦੁੱਤਵੰਤ ਨਿਕਟ ਨਗਰ ਆਵਾ। ਉਹ ਸੋਹਣਾ ਨਗਰ ਅੱਗੇ ਦਿਸਣਾ ਸ਼ੁਰੂ ਹੋ ਗਿਆ। ਹਾਂਜੀ। ਦੇਖ ਜਿਸੇ ਅਮਰਾਵਤੀ ਨੀਚੇ ਨੈਣ ਕਰੰਤ। ਮਾਨੋ ਉਹ ਨਗਰ ਇੰਨਾ ਸੁੰਦਰ ਹੈ ਕਿ ਜਿਵੇਂ ਲੋਕਾਂ ਦੀ ਇੱਕ ਕਲਪਨਾ ਹੈ ਵੀ ਇੰਦਰ ਰਾਜੇ ਦੀ ਨਗਰੀ ਜਿਹੜੀ ਇੰਦਰਪੁਰੀ ਹੈ, ਕਹਿੰਦੇ ਸਭ ਤੋਂ ਸੋਹਣੀ ਹੈ। ਕਲਪਨਾਵਾਂ ਨੇ ਬੜੀਆਂ ਪੁਰਾਣੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ, ਜਿਹੜੇ ਸੀਨਾ ਬਸੀਨਾ ਸ਼ਬਦ ਸਾਨੂੰ ਸਾਡੇ ਬਜ਼ੁਰਗਾਂ ਤੋਂ ਸਦੀਆਂ ਤੋਂ ਸੰਸਕ੍ਰਿਤੀ ਤੋਂ ਮਿਲੇ ਨੇ, ਉਹ ਇਦਾਂ ਹੀ ਨੇ। ਘਰ ਕਾਹਦਾ ਹੈ ਜੀ, ਮਹੱਲ ਹੈ ਜੀ। ਕਿਸੇ ਦੇ ਸੋਹਣੇ ਘਰ ਨੂੰ ਸੋਹਣਾ ਕਹਿ ਦਿੱਤਾ ਤੇ ਮਹੱਲ ਕਹਿ ਦਿੱਤਾ। ਕਿਸੇ ਦਾ ਘਰ ਉੱਚਾ ਵੇਖਿਆ ਜੀ, ਘਰ ਕਾਹਦਾ ਜੀ, ਬਸ ਕਿਲਾ ਹੀ ਬਣਿਆ ਹੋਇਆ ਜੀ। ਲੋਕਾਂ ਦੇ ਬਜ਼ੁਰਗਾਂ ਦੇ ਸਾਡੇ ਬੋਲਣ ਦੇ ਨਾ ਬੜੇ ਥੋੜੇ ਜਿਹੇ ਸ਼ਬਦ ਹੁੰਦੇ ਸੀ ਉਹਨਾਂ ਕੋਲ, ਉਹੀ ਸ਼ਬਦ ਉਹ ਵਰਤ ਲੈਂਦੇ ਸੀ ਉਹ। ਹੁਣ ਇੱਥੇ ਕਵੀ ਜੀ ਕਹਿੰਦੇ ਵੀ ਇਹ ਨਗਰ ਹੀ ਇੰਨਾ ਸੋਹਣਾ ਹੈ ਕਿ ਮਾਨੋ ਇੰਦਰ ਦੇਵਤੇ ਦੀ ਜਿਹੜੀ ਇੰਦਰਪੁਰੀ ਮੰਨੀ ਜਾਂਦੀ ਹੈ ਉਹ ਵੀ ਇਤਨੀ ਸੁੰਦਰ ਨਹੀਂ ਹੈ। ਉਹ ਵੀ ਇਸ ਨਗਰੀ ਦੇ ਸਾਹਮਣੇ ਦੇਖ ਜਿਸੇ ਅਮਰਾਵਤੀ, ਉਹਦਾ ਨਾਂ ਅਮਰਾਵਤੀ ਹੈ ਜਿਹੜੀ ਇੰਦਰਪੁਰੀ ਹੈ। ਨੀਚੇ ਨੈਣ ਕਰੰਤ, ਕਿਤੇ ਉਹ ਨਗਰੀ ਆ ਕੇ ਇਹ ਨਗਰੀ ਨੂੰ ਵੇਖੇ ਤੇ ਅੱਖਾਂ ਝੁਕ ਜਾਣ ਉਹਦੀਆਂ, ਉਹ ਸ਼ਰਮਸਾਰ ਹੋ ਜਾਏ। ਹਾਂਜੀ। ਚਹੁ ਦਿਸ ਜਿਸ ਕੇ ਉਪਬਨ ਸੋ ਹੈ, ਕੁਸ਼ਮ ਬਾਟ ਕਾ ਬਹੁ ਮਨ ਮੋਹ ਹੈ। ਚੌ ਦਿਸ ਜਿਸ ਕੇ ਉਪਬਨ ਸੋ ਹੈ। ਹੁਣ ਇਹਦੇ ਨਗਰੀ ਦੀ ਸਜਾਵਟ ਸੁੰਦਰਤਾ
ਦਾ ਰੂਪ ਕੀ ਹੈ? ਰੂਪ ਹੈ ਵੀ ਉਹਦੇ ਆਲੇ ਦੁਆਲੇ ਗ੍ਰੀਨਰੀ ਹੋਏਗੀ, ਫੁੱਲ ਹੋਣਗੇ, ਬਾਗ ਬਗੀਚੇ ਹੋਣਗੇ। ਹੁਣ ਹਰ ਵਿਅਕਤੀ ਜਦੋਂ ਬੰਗਲਾ ਸਾਹਿਬ ਆਉਂਦਾ ਹੈ ਕਹਿੰਦਾ ਜੀ ਬੜਾ ਹੀ ਸੋਹਣਾ ਹੈ, ਵੀ ਸੋਹਣੇ ਦੇ ਵਿੱਚ ਕੋਈ ਬਹੁਤਾ ਫਰਕ ਤੇ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਜਦੋਂ ਦਾਸ ਕਿਤੇ ਸ਼ੰਗਰੀਲਾ ਦੇ ਹੋਟਲ ਦੇ ਅੱਗੋਂ ਲੰਘਦਾ ਸੀ, ਕਦੇ ਤਾਜ ਦੇ ਕਦੇ ਮੋਰਿਆ ਦੇ ਅੱਗੋਂ ਦੀ ਲੰਘਣਾ, ਤੇ ਸੋਚਣਾ ਵੀ ਜੇ ਇਹਨਾਂ ਹੋਟਲਾਂ ਦੇ ਬਾਹਰ ਸੜਕ ਤੇ ਗ੍ਰੀਨਰੀ ਹੋ ਸਕਦੀ ਹੈ ਤੇ ਗੁਰਦੁਆਰੇ ਦੇ ਬਾਹਰ ਕਿਉਂ ਨਹੀਂ ਹੋ ਸਕਦੀ? ਤੇ ਫਿਰ ਪਤਾ ਲੱਗਾ ਵੀ ਇਹ ਤੇ ਐਨਡੀਐਮਸੀ ਤੋਂ ਕਰਾਉਣਾ ਪੈਂਦਾ। ਫਿਰ ਐਨਡੀਐਮਸੀ ਨੂੰ ਕਿਹਾ, ਹੁਣ ਉਹ ਸੋਚਣ। ਮੈਂ ਕਿਹਾ ਜੀ ਤੁਹਾਨੂੰ ਸੋਚਣ ਦੀ ਲੋੜ ਨਹੀਂ, ਤੁਸੀਂ ਸਾਡੀ ਡਰਾਇੰਗ ਪਾਸ ਕਰ ਦਿਓ, ਪੈਸੇ ਅਸੀਂ ਆਪੇ ਲਾ ਦੇਾਂਗੇ। ਇਹ ਕਰੋੜਾਂ ਰੁਪਏ ਲੱਗੇ ਨੇ। ਅੱਜ ਤੁਸੀਂ ਜਦੋਂ ਅੰਦਰ ਆਓਗੇ ਤੁਹਾਡਾ ਖੁਦ ਜੀ ਕਰੇਗਾ। ਹੁਣ ਕੋਈ ਪੱਥਰ ਨਹੀਂ ਚੇਂਜ ਕੀਤਾ ਬਹੁਤਾ, ਆਪਾਂ ਕੋਈ ਬਿਲਡਿੰਗ ਸਟਰਕਚਰ ਬਹੁਤਾ ਚੇਂਜ ਨਹੀਂ ਕੀਤਾ ਆਪਾਂ। ਹਰ ਬਿਲਡਿੰਗ ਦੀ, ਇਮਾਰਤ ਦੀ, ਨਗਰੀ ਦੀ ਜਿਹੜੀ ਖੂਬਸੂਰਤੀ ਹੈ, ਉਹਦੇ ਵਿੱਚ ਪਾਰਕਾਂ ਦਾ, ਉਹਦੇ ਵਿੱਚ ਬਾਗ ਬਗੀਚਿਆਂ ਦਾ ਇੱਕ ਬਹੁਤ ਵੱਡਾ ਹੱਥ ਹੈ। ਈਵਨ ਤੁਸੀਂ ਆਪਣੇ ਘਰ ਵਿੱਚ ਵੀ ਤੁਸੀਂ ਚਾਹੁੰਦੇ ਹੋ ਤੁਹਾਡਾ ਘਰ ਐਵਰਗ੍ਰੀਨ ਰਵੇ, ਤੇ ਉਹਦੇ ਵਿੱਚ ਬਿਲਡਿੰਗ ਘੱਟ ਬਣਾਓ, ਉਹਦੇ ਵਿੱਚ ਗ੍ਰੀਨਰੀ ਰੱਖੋ। ਕਿਉਂਕਿ ਮਨੁੱਖ ਦੀਆਂ ਅੱਖਾਂ ਚੇਂਜ ਚਾਹੁੰਦੀਆਂ ਨੇ। ਕਦੇ ਪਤਝੜ ਆ ਗਈ, ਕਦੇ ਫੁੱਲ ਆ ਗਏ, ਕਦੇ ਬਸੰਤ ਆ ਗਈ। ਉਹ ਰੋਜ਼ ਬਨਸਪਤੀ ਜਿਹੜੇ ਆਪਣੇ ਰੰਗ ਬਦਲਦੀ ਹੈ, ਉਹ ਤੁਹਾਨੂੰ ਰੋਜ਼ ਤਰੋ ਤਾਜ਼ਗੀ ਦਿੰਦੀ ਹੈ, ਤੁਹਾਨੂੰ ਆਪਣੇ ਘਰ ਸੋਹਣਾ ਲੱਗੀ ਜਾਂਦਾ ਹੈ। ਗੱਲ ਸਿਰਫ ਇੰਨੀ ਹੈ। ਨਹੀਂ ਤੇ ਫਿਰ ਕੀ ਹੋਏਗਾ ਜੇ ਤੁਸੀਂ ਸਾਰਾ ਪੱਥਰ ਲਾ ਲੋਗੇ ਤੇ ਫਿਰ ਕਦੇ ਪਰਦੇ ਬਦਲੋਗੇ, ਕਦੇ ਤੁਸੀਂ ਸੋਫੇ ਬਦਲੋਗੇ, ਕਦੇ ਕੁਰਸੀਆਂ ਬਦਲੋਗੇ ਤੁਸੀਂ, ਪਰ ਤੁਸੀਂ ਹਰ ਮਹੀਨੇ ਤੇ ਨਹੀਂ ਬਦਲ ਪਾਓਗੇ ਨਾ, ਹਰ ਹਫਤੇ ਤੇ ਨਹੀਂ ਬਦਲ ਪਾਓਗੇ ਨਾ। 2 4 5 ਸਾਲ ਕਈ ਬੰਦਿਆਂ ਨੂੰ ਇਹ ਵੇਖਿਆ ਐਵੇਂ ਫਰਨੀਚਰ ਚੁੱਕ ਚੁੱਕ ਕੇ ਵੇਚੀ ਜਾਣਗੇ। ਅਸਲ ਉਹ ਪੁਰਾਣਾ ਨਹੀਂ ਹੁੰਦਾ, ਉਹਨਾਂ ਦੀਆਂ ਅੱਖਾਂ ਨੂੰ ਆਪ ਨੂੰ ਹੀ ਬੁਰਾ ਲੱਗਣ ਲੱਗ ਜਾਂਦਾ। ਹੁਣ ਉਹ ਤਰੋ ਤਾਜ਼ਗੀ ਦਾ ਤਰੀਕਾ ਕੀ ਹੈ? ਇਹ ਉਹੀ ਹੀ ਹੈ ਜਿਹੜੀ ਸੁੰਦਰ ਨਗਰੀ ਦੀ ਕਵੀ ਜੀ ਗੱਲ ਕਰਦੇ ਨੇ, ਚੌਂ ਦਿਸ ਜਿਸ ਕੇ ਉਪਬਨ ਸੋ ਹੈ। ਇਹ ਨਗਰੀ ਦੀ ਖੂਬਸੂਰਤੀ, ਇਹਦੇ ਤੇ ਚਾਰੇ ਪਾਸੇ ਬਾਗ ਸੀ, ਬਗੀਚੇ ਬਣੇ ਹੋਏ ਸਨ। ਕੁਸਮ ਬਾਟਕਾ ਬਹੁ ਮਨ ਮੋਹ ਹੈ। ਤੇ ਫੁੱਲ ਵੀ ਕਿਹੜੇ, ਬੂਟੇ ਵੀ ਕਿਹੜੇ ਨੇ? ਕੁਸਮ ਵਾਲੇ, ਫੁੱਲਾਂ ਵਾਲੇ, ਸੁਗੰਧੀਆਂ ਵਾਲੇ, ਰੰਗ ਬਰੰਗੇ ਉੱਥੇ ਫੁੱਲ ਖਿੜੇ ਹੋਏ ਨੇ। ਹਾਂਜੀ। ਕੰਚਨ ਕੋ ਗੜ ਵੱਡੋ ਬਿਰਾਜੈ, ਨਾਨਾ ਰੰਗ ਜਰੇ ਨਗ ਛਾਜੈ। ਇੱਥੇ ਜਿਹੜਾ ਕਿਲਾ ਸੀ ਇਸ ਨਗਰੀ ਵਿੱਚ, ਕਹਿੰਦੇ ਸੋਨੇ ਦਾ ਬਣਿਆ ਹੋਇਆ ਸੀ। ਨਗਰੀ ਹੈ ਹੀ ਬੜੀ ਸੁੰਦਰ ਸੀ। ਜੇ ਇੰਦਰਪੁਰੀ ਵੀ ਉਹਦੇ ਸਾਹਮਣੇ ਸ਼ਰਮਸਾਰ ਹੁੰਦੀ ਹੈ, ਆਪਣੇ ਨੈਣ ਨੀਵੇਂ ਕਰਦੀ ਹੈ, ਤੇ ਫਿਰ ਉਹਦੀ ਕਵੀ ਜੀ ਨੇ ਫਿਰ ਜਿਹੜੀ ਬਣਤਰ ਦੱਸੀ ਹੈ ਕਿ ਉਹਦੇ ਆਲੇ ਦੁਆਲੇ ਫੁੱਲਾਂ ਦੇ, ਫਲਾਂ ਦੇ ਬਾਗ ਬਗੀਚੇ ਨੇ। ਉਹਦੇ ਵਿੱਚ ਸੋਨੇ ਦਾ ਗੜ ਕਿਲਾ ਬਣਿਆ ਹੋਇਆ ਹੈ, ਜਿਹਦੇ ਵਿੱਚ ਰੰਗ ਬਰੰਗੇ ਨਗ ਜੜੇ ਹੋਏ ਨੇ। ਹਾਂਜੀ। ਉੱਚੀ ਅਟਾਕਲ ਸਮਨ ਪਾਵਨ, ਦਰ ਪਰ ਤੋਰਨ ਬਦੀ ਸੁਹਾਵਨ। ਇਹਦੀਆਂ ਉੱਚੀਆਂ ਉੱਚੀਆਂ ਅਟਾਰੀਆਂ ਦੇ ਉੱਤੇ ਸੋਨਾ ਲੱਗਿਆ ਹੋਇਆ, ਜਿਵੇਂ ਗੁਰਦੁਆਰੇ ਦੇ ਗੁੰਬਦਾਂ ਦੇ ਉੱਪਰ ਅਸੀਂ ਸੋਨਾ ਲਾਉਂਦੇ ਆ ਨਾ। ਇਹ ਜਿਹੜੀ ਇਮਾਰਤ ਦੀ ਹਿਸਟਰੀ ਹੈ, ਮਕਾਨ ਬਣਾਉਣ ਦਾ ਜਿਹੜਾ ਇਤਿਹਾਸ, ਉਹਦੇ ਵਿੱਚ ਇਹ ਚੀਜ਼ ਪੁਰਾਣੀ ਹੈ। ਅਮੀਰ ਲੋਕ ਜਿਵੇਂ ਜਿਵੇਂ ਅਮੀਰੀ ਹੁੰਦੀ ਗਈ, ਆਪਾਂ ਵੀ ਇੱਦਾਂ ਹੀ ਕਰਦੇ। ਪਹਿਲਾਂ ਸੀਮਟ ਲਾਉਂਦੇ ਆ, ਫਿਰ 4 ਪੈਸੇ ਆ ਜਾਣ ਤੇ ਟੈਲਾਂ ਲਾ ਲੈਂਦੇ ਆ, ਫਿਰ 4 ਪੈਸੇ ਆ ਜਾਣ ਫਿਰ ਆਪਾਂ ਪੱਥਰ ਲਾ ਲੈਂਦੇ ਆ। ਤੇ ਫਿਰ ਕਈ ਇੱਦਾਂ ਦੇ ਵੀ ਨੇ ਵੀ 4 ਪੈਸੇ ਹੋਰ ਆ ਜਾਣ, ਫਿਰ ਉਹ ਪੱਥਰ ਤੋੜ ਕੇ ਫਿਰ ਹੋਰ ਪੱਥਰ ਲਾਉਂਦੇ ਨੇ। ਪੁੱਛੋ ਇਹ ਕਿਹੜਾ? ਕਹਿੰਦੇ ਜੀ ਇਹ ਹੁਣ ਇਟਾਲੀਅਨ ਹੈ, ਇਹ ਹੁਣ ਰਾਜਸਥਾਨ ਵਾਲਾ ਨਹੀਂ ਹੈਗਾ। ਹੁਣ ਇਹ ਕਵੀ ਜੀ ਇੱਥੇ ਲਿਖਦੇ ਨੇ, ਉੱਚੀਆਂ ਉੱਚੀਆਂ ਅਟਾਂ ਨੇ, ਵੱਡੀਆਂ ਵੱਡੀਆਂ ਅਟਾਰੀਆਂ ਨੇ, ਉਹਨਾਂ ਤੇ ਸੋਨੇ ਦੇ ਕਲਸ਼ ਚੜੇ ਹੋਏ ਨੇ। ਦਰ ਪਰ ਤੋਰਨ ਬਧੀ ਸੁਹਾਵਣ, ਦਰਵਾਜ਼ਿਆਂ ਦੇ ਉੱਪਰ ਕਹਿੰਦੇ ਸੋਨੇ ਦੀਆਂ ਲੜੀਆਂ ਲਟਕਾਈਆਂ ਹੋਈਆਂ ਨੇ, ਉਹਨਾਂ ਨੇ, ਉਹ ਸ਼ੋਭਦੀਆਂ ਨੇ।
ਜਿਵੇਂ ਕਦੇ ਕਿਸੇ ਦਾ ਬੱਚੇ ਦਾ ਜਨਮ ਦਿਨ ਹੋਵੇ, ਕੋਈ ਕਿਸੇ ਦੇ ਘਰ ਕੋਈ ਫੰਕਸ਼ਨ ਹੋਵੇ, ਤੇ ਉਸ ਵੇਲੇ ਅਸੀਂ ਲੜੀਆਂ ਲਾਉਂਦੇ ਆ। ਅੱਜ ਦੇ ਨਾ ਫਰਕ ਹੋਣਗੇ, ਪਰ ਸ਼ੌਕ ਤਾਂ ਉਹੀ ਨੇ ਜਿਹੜੇ ਪੁਰਾਣੇ ਲੋਕਾਂ ਦੇ ਹੁੰਦੇ ਸੀ। ਚੰਦਨ ਕੇ ਕਪਾਟ ਵੱਡ ਸ਼ੋਭਾ, ਜਿਨ ਕੋ ਪਿਖ ਦੇਵਨ ਮਨ ਲੋਭਾ। ਇੱਥੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਚੰਦਨ ਦੇ ਨੇ। ਦੱਸੋ, ਜਿੱਥੇ ਦਰਵਾਜ਼ਾ ਹੀ ਚੰਦਨ ਦਾ ਹੋਵੇ ਉੱਥੇ ਖੁਸ਼ਬੂ ਦੀ ਕੀ ਲੋੜ ਹੈ? ਉੱਥੇ ਹੋਰ ਕਿਹੜੀ ਸੁਗੰਧੀ ਚਾਹੀਦੀ, ਕਿਹੜੇ ਇਤਰ ਦੀ ਲੋੜ ਹੈ ਜੀ? ਇੱਥੇ ਚੰਦਨ ਕੇ ਕਪਾਟ, ਕਪਾਟ ਕਹਿੰਦੇ ਨੇ ਦਰਵਾਜ਼ੇ। ਆਪਾਂ ਪੁੱਛਦੇ ਹਾਂ ਨਾ ਵੀ ਦਰਬਾਰ ਸਾਹਿਬ ਦੇ ਕਵਾੜ ਕਿੰਨੇ ਵਜੇ ਖੁੱਲ੍ਹਦੇ ਨੇ? ਕਵਾੜ ਕਹਿ ਦਿਓ, ਕਪਾਟ ਕਹਿ ਦਿਓ। ਇੱਥੇ ਜਿਹੜੇ ਦਰਵਾਜ਼ੇ ਲੱਗੇ ਨੇ ਉਹ ਚੰਦਨ ਦੇ ਨੇ, ਸ਼ੋਭਾ ਪਾਉਂਦੇ ਨੇ। ਜਿਨ ਕੋ ਪਿਖ ਦੇਵਨ ਮਨ ਲੋਭਾ, ਜਿੱਥੇ ਅਟਾਰੀਆਂ ਤੇ ਕਲਸ਼ ਲੱਗੇ ਹੋਣ, ਗੜ ਕਿਲਾ ਸੋਨੇ ਦਾ ਬਣਿਆ ਹੋਵੇ, ਉਹਦੇ ਵਿੱਚ ਹੀਰੇ ਲਾਲ ਜੜੇ ਹੋਣ, ਦਰਵਾਜ਼ੇ ਚੰਦਨ ਦੇ ਹੋਣ, ਤੇ ਕਵੀ ਜੀ ਕਹਿੰਦੇ ਫਿਰ ਤਾਂ ਦੇਵਤੇ ਵੀ ਲੱਜਤ ਹੁੰਦੇ ਨੇ। ਹੁਣ ਦੇਵਤਿਆਂ ਦੀ ਇੱਕ ਮਾਣ ਦੀ ਗੱਲ, ਉਹ ਕਹਿੰਦੇ ਜੀ ਅਸੀਂ ਤਾਂ ਇੰਦਰ ਲੋਕ ਵਿੱਚ ਰਹਿੰਦੇ ਆ, ਇੰਦਰਪੁਰੀ ਵਿੱਚ ਰਹਿੰਦੇ ਆ। ਤੇ ਜੋ ਉਹਨਾਂ ਨੂੰ ਪਤਾ ਵੀ ਤੁਹਾਡੀ ਪੌਸ਼ ਕਲੋਨੀ ਤੋਂ ਵੀ ਵਧੀਆ ਕਲੋਨੀ ਹੋਰ ਵੀ ਹੈਗੀ ਹੈ ਕੋਈ। ਜਿਹੜੀ ਅਮੀਰਾਂ ਦੀ ਦੁਨੀਆ ਹੈ ਨਾ, ਉਹ ਦੁਨੀਆ ਹੀ ਵੱਖਰੀ ਹੈ। ਤੁਸੀਂ ਵੇਖਿਆ ਹੋਏਗਾ, ਖਾਣੀਆਂ ਤੇ ਦੋ ਰੋਟੀਆਂ ਹੀ ਨੇ। ਔਰ ਮੈਂ ਇਹ ਵੀ ਵੇਖਿਆ ਵੀ ਗਰੀਬ ਆਦਮੀ 10-12 ਰੋਟੀਆਂ ਖਾਂਦਾ, ਅਮੀਰ 1.5 ਰੋਟੀ ਨਹੀਂ ਜੇ ਖਾ ਸਕਦਾ, ਪਰ ਲੱਭਦਾ 7 ਸਟਾਰ ਹੈ। ਜਿੰਨੇ ਦੀ ਗਰੀਬ ਆਦਮੀ ਮਹੀਨੇ 'ਚ ਰੋਟੀ ਖਾਂਦਾ, ਇੰਨੇ ਦੀ ਤਾਂ ਅਮੀਰ ਆਦਮੀ ਟਿਪ ਦੇ ਆਉਂਦਾ। 500-500 ਹਜ਼ਾਰ ਰੁਪਈਆ ਮੈਂ ਖੁਦ ਟਿਪ ਦਿੰਦੇ ਵੇਖੇ ਨੇ ਬੰਦੇ ਵੇਟਰਾਂ ਨੂੰ। ਤੇ ਸਾਡੇ ਵਰਗੇ ਦਾ ਬਿੱਲ 1000 ਰੁਪਈਆ ਬਣ ਜੇ ਤੇ 2 ਵਾਰੀ ਮੂੰਹ ਵੱਲ ਵੇਖੀਦਾ ਵੀ ਮੈਂ ਖਾ ਕੀ ਲਿਆ ਓਏ, ਤੂੰ 1000 ਰੁਪਈਏ ਦਾ ਬਿੱਲ ਰੱਖਤਾ ਮੇਰੇ ਅੱਗੇ। ਕਿਉਂਕਿ ਅਸੀਂ ਤੇ ਢਾਬੇ ਤੇ 30 ਰੁਪਈਏ 30 ਪੈਸੇ ਦਾ ਫੁਲਕਾ ਖਾਣ ਵਾਲੇ ਬੰਦੇ। ਪੁੱਛੀਦਾ ਹੁੰਦਾ ਸੀ ਵੀ ਦਾਲ, ਕਹਿੰਦਾ ਜੀ ਦਾਲ ਫਰੀ ਹੈ, ਰੋਟੀ ਕਹਿੰਦਾ ਜੀ 30 ਪੈਸੇ ਦੀ। ਹੁਣ ਅਸੀਂ ਉਹ ਦੁਨੀਆ ਵੇਖੀ ਹੈ, ਉਹ ਟਾਈਮ ਵੇਖੇ ਹੈ, ਉੱਦਾਂ ਦੇ ਲੋਕ ਵੇਖੇ ਨੇ। ਹਾਂਜੀ। ਜਗਮਗ ਚਮਤਕਾਰ ਛਬ ਪਾਈ, ਮਨੋ ਚੜੇ ਬਹੁਤੇ ਦਿਨ ਰਾਈ। ਇੱਥੇ ਜਗਮਗ ਜਗਮਗ ਹੈ, ਇੱਥੇ ਚਮਤਕਾਰ ਛਬ ਪਾਈ। ਇਉਂ ਲੱਗਦਾ ਵੀ ਇੱਥੇ ਕੋਈ ਚਮਤਕਾਰ ਹੈ ਕਿ ਇੰਨੀ ਨਗਰੀ ਚਮਕਿਆ ਨਹੀਂ ਕਰਦੀ। ਇੱਥੇ ਕੀ ਵੱਖਰਾ ਕੀ ਲੱਗਿਆ ਹੋਏਗਾ ਭਾਈ? ਚਲੋ ਅੱਜ ਤੇ ਲਾਈਟਾਂ ਦਾ ਯੁੱਗ ਹੈ, ਵੀ ਕੋਈ ਲਾਈਟਿੰਗ ਦੀ ਕਲਾਕਾਰੀ ਹੋਏਗੀ। ਉਸ ਵੇਲੇ ਵੀ ਉਹ ਨਗਰੀ ਜਿਹੜੀ ਸੀ ਉਹਦੇ ਵਿੱਚ ਰੋਸ਼ਨੀ ਹੈ, ਜਗਮਗ ਜਗਮਗ ਹੁੰਦੀ ਹੈ ਨਗਰੀ ਉਹ। ਮਨੋਂ ਚੜੇ ਬਹੁਤੇ ਦਿਨ ਰਾਈ, ਇਉਂ ਲੱਗਦਾ ਵੀ ਇੱਥੇ ਇੱਕ ਨਹੀਂ, ਇੱਥੇ ਕਈ ਸੂਰਜ ਚੜੇ ਹੋਏ ਨੇ। ਦਿਨ ਰਾਈ ਕਹਿੰਦੇ ਨੇ, ਦਿਨ ਦਾ ਰਾਜਾ। ਰਾਈ ਰਾਜੇ ਨੂੰ ਕਹਿੰਦੇ ਨੇ, ਦਿਨ ਦਿਨ ਨੂੰ ਹੀ ਕਹਿੰਦੇ ਨੇ। ਦਿਨ ਰਾਈ, ਦਿਨ ਦਾ ਰਾਜਾ ਜਿਹੜਾ ਹੈ ਉਹ ਇੱਥੇ ਇੱਕ ਨਹੀਂ ਹੈ। ਹੋ ਸਕਦਾ ਇਸ ਨਗਰੀ 'ਚ ਕਈ ਸੂਰਜ ਚੜ੍ਹਦੇ ਹੋਣ। ਹਾਂਜੀ। ਪਹੁੰਚੇ ਜਬ ਤਹਿ ਨਗਰ ਸਮੀਪਾ, ਬੈਠੇ ਸ਼੍ਰੀ ਬੇਦੀ ਕੁਲ ਦੀਪਾ। ਸਤਿਗੁਰੂ ਜੀ ਨਗਰੀ ਦੇ ਕੋਲ ਜਾ ਕੇ ਨਗਰੀ ਦੇ ਬਾਹਰ ਬੈਠ ਗਏ। ਸਤਿਗੁਰੂ ਨਗਰੀ ਦੇ ਅੰਦਰ ਨਹੀਂ ਗਏ। ਸਤਿਗੁਰੂ ਜੀ ਨੇ ਉਸ ਨਗਰੀ ਵਿੱਚ ਪ੍ਰਵੇਸ਼ ਨਹੀਂ ਕੀਤਾ। ਹਾਂਜੀ। ਮਰਦਾਨੇ ਸੋ ਬਚਨ ਉਚਾਰਾ, ਜਾਹੋ ਨਗਰ ਅਬ ਲਿਹੋ ਨਿਹਾਰਾ। ਮਰਦਾਨੇ ਨੂੰ ਕਿਹਾ, ਮਰਦਾਨਿਆ ਅਸੀਂ ਬੈਠੇ ਆ ਤੇ ਤੂੰ ਜਾ ਭਾਈ ਨਗਰੀ 'ਚ ਜਾ, ਆਪਣੀ ਮਰਜ਼ੀ ਦੇ ਨਾਲ ਤੂੰ ਲੰਗਰ ਭੋਜਨ ਛਕ, ਜੋ ਤੇਰਾ ਮਨ ਕਰੇ ਤੂੰ ਖਾ। ਹਾਂਜੀ। ਬੂਜਤ ਥੋ ਮਗ ਮਹਿ ਬਹੁ ਬਾਰੀ, ਖਾਏ ਅਸਨ ਕਰ ਸ਼ੁਦਾ ਨਿਵਾਰੀ। ਸਤਿਗੁਰੂ ਕਹਿੰਦੇ ਵੀ ਤੂੰ ਰਾਹ ਵਿੱਚ ਕਈ ਵਾਰੀ ਪੁੱਛਦਾ ਸੀ, ਤੇ ਜਾਓ ਫਿਰ ਖਾਏ ਅਸਨ ਕਰ ਸ਼ੁਦਾ ਨਿਵਾਰੀ। ਜਾਓ ਫਿਰ ਆਪਣੀ ਭੁੱਖ ਮਿਟਾਓ, ਨਗਰੀ ਵਿੱਚ ਜਾਓ, ਜੋ ਮਨ ਕਰਦਾ ਉਹ ਖਾਓ। ਹਾਂਜੀ। ਸ਼੍ਰੀ ਪ੍ਰਭ ਗੰਠ ਨਾ ਪਟ ਇਕ ਦਾਮੂ, ਬਿਨਾ ਬੋਲ ਖਾਵੋ ਕਿਹ ਤਾਮੂ। ਅੱਗੋਂ ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੇਰੇ ਕੋਲ ਕੀ ਹੈ? ਮੇਰੇ ਕੋਲ ਤੇ 1 ਰੁਪਈਆ ਵੀ ਨਹੀਂ ਹੈਗਾ, ਤੇ ਕੀ ਮੁੱਲ ਖਰੀਦਾਂਗਾ ਤੇ ਕੀ ਖਾਵਾਂਗਾ? ਜਦੋਂ ਮੇਰੇ ਕੋਲ ਪੈਸੇ ਹੀ ਨਹੀਂ
ਸ਼੍ਰੀ ਪ੍ਰਭ ਗੰਠ ਨਾ ਪਟ ਇੱਕ ਦਾਮੂ, ਕਹਿੰਦਾ ਮੇਰੇ ਕੋਲ ਇੱਕ ਪੈਸਾ ਵੀ ਨਹੀਂ, ਮੇਰੇ ਕੋਲ ਕੋਈ ਚੀਜ਼ ਵੀ ਨਹੀਂ, ਕੋਈ ਕੱਪੜਾ ਵੀ ਨਹੀਂ ਜਿਹੜਾ ਕੱਪੜਾ ਵੇਚ ਕੇ ਬੰਦਾ ਕੋਈ ਚੀਜ਼ ਲੈ ਲਵੇ। ਤੇ ਕੀ ਮਿਲੇਗਾ ਮੈਨੂੰ ਤੇ ਕੀ ਖਾਵਾਂਗਾ ਮੈਂ। ਨਹੀਂ ਕਹੂੰ ਇਹ ਥਾਨ ਚਿਨਾਰੀ, ਉਦਰ ਸ਼ੁਦਾ ਵਿਆਪੀ ਮੁਝ ਭਾਰੀ। ਮੈਂ ਇੱਥੋਂ ਦੀ ਜਗ੍ਹਾ ਨਹੀਂ ਵੇਖੀ ਕਦੇ, ਮੈਂ ਨਹੀਂ ਜਾਣਦਾ ਇੱਥੇ ਕੌਣ ਲੋਕ ਨੇ। ਉਦਰ ਸ਼ੁਦਾ ਵਿਆਪੀ ਮੁਝ ਭਾਰੀ, ਭੁੱਖ ਤੇ ਮੈਨੂੰ ਬੜੀ ਲੱਗੀ ਹੈ ਪਰ ਮੈਂ ਜਾਣਦਾ ਹੀ ਨਹੀਂ ਵੀ ਇੱਥੇ ਕੌਣ ਰਹਿੰਦੇ ਨੇ, ਕਿਹੋ ਜਿਹੇ ਲੋਕ ਨੇ, ਮੈਨੂੰ ਉਹਨਾਂ ਦੇ ਬਾਰੇ ਕੋਈ ਗਿਆਨ ਕੋਈ ਜਾਣਕਾਰੀ ਨਹੀਂ ਹੈ। ਹਾਂਜੀ। ਬਿਗਸ ਬਦਨ ਤੇ ਬਚਨ ਬਖਾਨਾ, ਸਗਰੋ ਨਗਰ ਦਿਓ ਮਰਦਾਨਾ। ਤੇ ਸਤਿਗੁਰੂ ਕਹਿਣ ਲੱਗੇ ਮਰਦਾਨਿਆ ਜਾ, ਤੈਨੂੰ ਸਾਰੀ ਨਗਰੀ ਦਿੱਤੀ, ਤੈਨੂੰ ਪੈਸੇ ਦੀ ਕੀ ਲੋੜ ਹੈ, ਅਸੀਂ ਇਹ ਨਗਰ ਤੈਨੂੰ ਦਿੱਤਾ, ਤੂੰ ਨਗਰ ਵਿੱਚ ਜਾ ਤੇ ਜਿੱਥੋਂ ਤੇਰਾ ਦਿਲ ਕਰੇ ਉੱਥੋਂ ਲੈ ਕੇ ਖਾ, ਕੋਈ ਤੈਨੂੰ ਲੋੜ ਨਹੀਂ ਕਿ ਤੂੰ ਪੈਸੇ ਦਵੇਂ। ਹਾਂਜੀ। ਜਹ ਸੁੰਦਰ ਭੋਜਨ ਕੋ ਪਾਵੋ, ਜੋ ਕੁਛ ਚਾਹੋ ਤਹ ਤੇ ਲੈ ਖਾਵੋ। ਜਿੱਥੇ ਤੈਨੂੰ ਚੰਗਾ ਭੋਜਨ ਲਵੇ ਤੂੰ ਉੱਥੋਂ ਲੈ ਲਵੀਂ, ਉੱਥੋਂ ਲੈ ਕੇ ਖਾ ਲਵੀਂ, ਕੋਈ ਬੰਦਸ਼ ਨਹੀਂ ਹੈ ਵੀ ਇੱਥੋਂ ਹੀ ਖਾਣਾ ਹੈ। ਜਿੱਥੇ ਵੀ ਤੈਨੂੰ ਭੋਜਨ ਠੀਕ ਲੱਗੇ ਉੱਥੋਂ ਲਓ, ਉੱਥੋਂ ਲੈ ਕੇ ਖਾਓ। ਹਾਂਜੀ। ਹੇ ਪ੍ਰਭ ਪੁਰ ਮੈਂ ਮੁਝ ਗਹਿਵਾਵੋ, ਨਰ ਨ ਨਿਕਟ ਤੇ ਮਾਰ ਕਰਾਵੋ। ਹੇ ਪ੍ਰਭ ਪੁਰ ਮੈਂ ਮੁਝ ਗਹਿਵਾਵੋ, ਕਹਿਣ ਲੱਗਾ ਪ੍ਰਭੂ ਕਿਤੇ ਅੱਜ ਮੈਨੂੰ ਤੁਸੀਂ ਫੜਾਉਣਾ ਤੇ ਨਹੀਂ ਚਾਹੁੰਦੇ ਵੀ ਮੈਂ ਕੋਈ ਚੀਜ਼ ਚੁੱਕ ਕੇ ਖਾਵਾਂ, ਅਗਲੇ ਕਹਿਣ ਵੀ ਤੂੰ ਆਪਣੇ ਆਪ ਕਿਵੇਂ ਚੁੱਕੀ ਹੈ ਬਈ, ਉਹ ਮੈਨੂੰ ਫੜ ਲੈਣ, ਮੈਨੂੰ ਬੰਦੀ ਬਣਾ ਲੈਣ। ਨਰਨ ਨਿਕਟ ਤੇ ਮਾਰ ਕਰਾਵੋ, ਕਿਤੇ ਉਹਨਾਂ ਦੇ ਬੰਦਿਆਂ ਤੋਂ ਮੈਨੂੰ ਸਤਿਗੁਰੂ ਕਟਵਾਉਣਾ ਤਾਂ ਨਹੀਂ ਚਾਹੁੰਦੇ ਤੁਸੀਂ, ਮਾਰ ਤਾਂ ਨਹੀਂ ਪਾਉਣੀ ਚਾਹੁੰਦੇ ਤੁਸੀਂ। ਹੁਣ ਆਪਾਂ ਕਈ ਵਾਰੀ ਸੋਚਾਂਗੇ ਵੀ ਕੀ ਇਹ ਗੱਲਾਂ ਹੋ ਸਕਦੀਆਂ ਨੇ? ਹਾਂ ਹੋ ਸਕਦੀਆਂ ਨੇ ਬਈ, ਕਿਉਂ ਨਹੀਂ ਹੋ ਸਕਦੀਆਂ? ਪਰ ਇਹ ਗੱਲਾਂ ਤਾਂ ਹੋ ਸਕਦੀਆਂ ਨੇ ਜੇ ਤੁਸੀਂ ਵਿਚਕਾਰ ਵਾਲੀ ਜਿਹੜੀ ਰਿਜ਼ਰਵੇਸ਼ਨ ਉਹਨੂੰ ਕੱਢ ਦਿਓ। ਸਾਡੇ ਵਿੱਚ ਨੇ ਇੱਕ ਰਿਜ਼ਰਵੇਸ਼ਨ ਹਰ ਵਿਅਕਤੀ ਦੇ ਨਾਲ, ਥੋੜਾ ਜਿਹਾ ਡਿਸਟੈਂਸ ਹੈ, ਥੋੜੀ ਜਿਹੀ ਦੂਰੀ ਹੈ, ਥੋੜਾ ਜਿਹਾ ਝਾਕਾ ਕਹਿ ਦਈਏ, ਜਾਂ ਥੋੜਾ ਜਿਹਾ ਸਾਨੂੰ ਇਦਾਂ ਲੱਗਦਾ ਵੀ ਇਹ ਵੱਡਾ ਬੰਦਾ ਹੈ ਮੈਂ ਛੋਟਾ ਆਦਮੀ ਆ। ਹੁਣ ਉਹ ਜਿੰਨਾ ਚਿਰ ਉਹ ਦੂਰੀ ਵਿਚਕਾਰ ਦੀ ਮਿਟੇਗੀ ਨਹੀਂ, ਉਹਨਾਂ ਚਿਰ ਇਹ ਵਾਰਤਾਲਾਪ ਨਹੀਂ ਹੋ ਸਕਦਾ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਇੱਕ ਗੱਲ ਅਰਦਾਸ ਵਿੱਚ ਕਹਿੰਦੇ ਉਹੀ ਕਰ ਲਓ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਤੇ ਜੇ ਉਹ ਮਾਤਾ ਪਿਤਾ ਅਸੀਂ ਬੱਚੇ ਆ ਤੇ ਮਾਪਿਓ ਨਾਲ ਤੇ ਭਾਈ ਰੁੱਸਿਆ ਵੀ ਜਾ ਸਕਦਾ, ਮਾਪਿਓ ਦਾ ਤੇ ਰਾਤ ਨੂੰ ਪਰਸ ਵੀ ਖੋਲਿਆ ਜਾ ਸਕਦਾ, ਕੀ ਫਰਕ ਪੈਂਦਾ? ਕਿ ਬਾਪ ਕਹੇਗਾ ਮੁੰਡੇ ਨੂੰ ਸਵੇਰੇ ਉੱਠ ਕੇ ਵੀ ਤੂੰ ਚੋਰ ਹੈ, ਸਗੋਂ ਹੱਸੇਗਾ ਉਹਨੂੰ ਵੀ ਤੇਰੇ ਪਰਸ ਕਿੱਥੋਂ ਹੱਥ ਲੱਗ ਗਿਆ ਰਾਤੀ ਹੋਏ, ਮੈਂ ਤੇ ਬੜਾ ਸੰਭਾਲ ਕੇ ਰੱਖਿਆ ਸੀ ਤੇ ਤੂੰ ਡੰਗਰਾ ਜਿਹਾ ਸਾਰਾ ਹੀ ਖਾਲੀ ਕਰ ਛੱਡਿਆ ਈ, ਲਿਆ ਮੋੜ ਪੈਸੇ। ਉਹ ਕਹਿੰਦਾ ਬਾਪੂ ਹੁਣ ਨਾ ਮੁੜੇ, ਹੁਣ ਗਏ, ਹੁਣ ਨਾ ਮੁੜੇ। ਅੱਛਾ, ਦਿਲੋਂ ਬਾਪੂ ਵੀ ਖੁਸ਼ ਹੁੰਦਾ ਹੈ। ਕੋਈ ਦੁਨੀਆ ਦਾ ਬਾਪ ਨਹੀਂ ਜਿਹੜਾ ਆਪਣੇ ਬੱਚੇ ਨੂੰ ਦੇ ਕੇ ਨਾਰਾਜ਼ ਹੁੰਦਾ ਹੋਵੇ। ਇਹ ਠੀਕ ਹੈ, ਉਹਦੀ ਇੱਕ ਡਰ ਜ਼ਰੂਰ ਹੁੰਦਾ ਕਿ ਮੇਰਾ ਬੱਚਾ ਵਿਗੜੇ ਨਾ, ਇਸ ਇੱਕੋ ਹੀ ਗੱਲ। ਇਸ ਤੋਂ ਇਲਾਵਾ ਉਹਨੂੰ ਹਮੇਸ਼ਾ ਆਪਣੇ ਬੱਚੇ ਨੂੰ ਦੇ ਕੇ ਬਾਪ ਨੂੰ ਖੁਸ਼ੀ ਹੁੰਦੀ ਹੈ। ਭਾਈ ਮਰਦਾਨਾ ਕਹਿਣ ਲੱਗਾ ਵੀ ਬਾਬਾ ਕਿਤੇ ਮੈਨੂੰ ਕਟਵਾਉਣਾ ਤਾਂ ਨਹੀਂ ਚਾਹੁੰਦੇ, ਕਿਤੇ ਅੱਜ ਤੁਸੀਂ ਮੈਨੂੰ ਉੱਥੇ ਫੜਾਉਣਾ ਤਾਂ ਨਹੀਂ ਚਾਹੁੰਦੇ ਵੀ ਤੁਸੀਂ ਕਹਿੰਦੇ ਜਾ ਮਰਦਾਨਿਆ ਨਗਰੀ ਤੈਨੂੰ ਦਿੱਤੀ, ਜੋ ਮਰਜ਼ੀ ਖਾ, ਜਿੱਥੋਂ ਮਰਜ਼ੀ ਖਾ, ਜੋ ਚੰਗਾ ਲੱਗੇ ਤੂੰ ਉਹ ਖਾ। ਹਾਂਜੀ। ਤਸ ਕਰ ਲਖ ਕਰ ਕੈਦ ਮਜਾਰਾ, ਬਾਹਦ ਲੇਹ ਪਲ ਖਾਹੂੰ ਆਹਾਰਾ। ਸਤਿਗੁਰੂ ਇਹ ਨਾ ਹੋਵੇ ਕਿ ਕੋਈ ਮੈਨੂੰ ਉੱਥੇ ਫੜ ਲਵੇ, ਮੇਰੀਆਂ ਲੱਤਾਂ ਬਾਹਾਂ ਬੰਨ ਕੇ ਮੁਸ਼ਕਾਂ ਬੰਨ ਕੇ ਮੈਨੂੰ ਉਹ ਬੰਦੀ ਬਣਾ ਕੇ ਤੇ ਸੁੱਟ ਲੈਣ, ਫਿਰ ਮੈਂ ਕੀ ਕਰਾਂਗਾ? ਤਸਕਰ ਦੀ ਨੁਮਾ, ਚੋਰ ਦੀ ਨੁਮਾ। ਤਸਕਰ ਲੱਖ ਕਰ ਕੈਦ ਮਝਾਰਾ, ਬਾਂਧ ਲੈ ਤੇ ਭਲ ਖਾਓ ਆਹਾਰਾ। ਤੇ ਬਾਬਾ ਜਦੋਂ ਲੱਤਾਂ ਬਾਹਾਂ ਬੰਨ ਕੇ ਅਗਲਿਆਂ ਨੇ ਸੁੱਟ ਲਿਆ ਤੇ ਫਿਰ ਮੈਂ ਕੀ ਖਾਵਾਂਗਾ?
ਭਲ ਖਾਵਾਂਗਾ, ਭਲ ਕੀ, ਫਿਰ ਮੈਂ ਕੀ ਚੰਗਾ ਖਾ ਲਵਾਂਗਾ, ਫਿਰ ਮੈਂ ਕੀ ਖਾਧਾ ਜੇ ਅਗਲਿਆਂ ਨੇ ਮੈਨੂੰ ਬੰਦੀ ਬਣਾ ਕੇ ਰੱਖ ਲਿਆ, ਕੈਦੀ ਬਣਾ ਲਿਆ। ਗਹਿਜ ਤੁਝ ਕੋ ਨਗਰ ਮਝਾਰਾ, ਤਹਾਂ ਨਾਮ ਕਹਿ ਦੇਹੁ ਹਮਾਰਾ। ਗਹੇ ਜੇ ਤੁਝ ਕੋ ਨਗਰ ਮਝਾਰਾ, ਤਹਾਂ ਨਾਮ ਕਹਿ ਦਿਓ ਹਮਾਰਾ। ਤੇ ਸਤਿਗੁਰੂ ਵੀ ਅੱਜ ਐਂ ਲੱਗਦਾ ਜਿਵੇਂ ਬੜੀ ਮੌਜ ਵਿੱਚ ਹੁੰਦੇ ਨੇ, ਕਹਿਣ ਲੱਗੇ ਮਰਦਾਨਿਆਂ ਜੇ ਤੈਨੂੰ ਕੋਈ ਫੜ ਲਵੇ ਨਾ ਤੇ ਬਸ ਤੂੰ ਸਾਡਾ ਨਾਂ ਲੈ ਦੀ, ਤੂੰ ਸਾਡਾ ਨਾਂ ਲਵੇਂਗਾ ਉਹ ਲੋਕ ਤੈਨੂੰ ਛੱਡ ਦੇਣਗੇ। ਜਿਵੇਂ ਆਪਾਂ ਕਿਸੇ ਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਦਿੰਦੇ ਆ ਜਾਂ ਆਪਣਾ ਨਾਂ ਵਰਤਣ ਦਾ ਅਧਿਕਾਰ ਦੇ ਦਿੰਦੇ ਆ ਕਿ ਤੁਸੀਂ ਮੇਰਾ ਨਾਂ ਲੈ ਦਿਓ ਉੱਥੇ ਜਾ ਕੇ ਜੀ। ਸਤਿਗੁਰੂ ਕਹਿੰਦੇ ਮਰਦਾਨਿਆਂ ਤੂੰ ਮੇਰਾ ਨਾਂ ਲੈ ਦੀ, ਸਾਡਾ ਨਾਂ ਲੈ ਦੀ ਬਈ, ਛੁੱਟ ਜਾਏਗਾ। ਹਾਂਜੀ। ਸ਼ੋਰ ਦੇਹ ਖਾਵੋ ਮਨ ਪਾਵਾ, ਅਸ ਸੁਣ ਮਰਦਾਨਾ ਹਰ ਖਾਵਾ। ਇਹ ਸੁਣ ਕੇ ਭਾਈ ਮਰਦਾਨਾ ਤੇ ਬੜਾ ਹੀ ਖੁਸ਼ ਹੋਇਆ ਵੀ ਆ ਤੇ ਫਿਰ ਹੋਰ ਤਾਂ ਖੁੱਲੀਆਂ ਛੁੱਟੀਆਂ ਹੋ ਗਈਆਂ, ਕੋ ਫੜੇਗਾ ਵੀ ਤੇ ਬਾਬੇ ਦਾ ਨਾਂ ਲੈ ਦਿਆਂਗੇ। ਸਿਫਾਰਿਸ਼ ਵੀ ਤਕੜੀ ਹੋ ਗਈ, ਵੱਡੀ ਅਪਰੋਚ ਹੋ ਗਈ ਕੋਲ। ਹੁਣ ਬੜੀ ਖੁਸ਼ੀ ਵਿੱਚ ਭਾਈ ਮਰਦਾਨਾ ਜੀ ਭਰੇ ਨੇ। ਹਾਂਜੀ। ਗਮਣਿਓ ਤੂਰਨ ਨਗਰ ਮਝਾਰੂ, ਜਹ ਚੌਪਰ ਜਿਉ ਚਾਰ ਬਜ਼ਾਰੂ। ਜਦੋਂ ਭਾਈ ਮਰਦਾਨਾ ਉਸ ਨਗਰੀ ਵਿੱਚ ਗਿਆ ਤੇ ਉੱਥੇ ਜਿਹੜਾ ਮੁੱਖ ਬਾਜ਼ਾਰ ਸੀ, ਜਿਹਨੂੰ ਆਪਾਂ ਅੱਜ ਕੱਲ੍ਹ ਮੇਨ ਮਾਰਕੀਟ ਕਹਿ ਦਿੰਦੇ ਆ, ਜਿੱਥੇ ਚੌਪੜ ਹੈ, ਜਿੱਥੇ ਹੱਟੀਆਂ ਬਣੀਆਂ ਹੋਈਆਂ ਨੇ, ਜਿੱਥੇ ਬਾਜ਼ਾਰ ਲੱਗੇ ਹੋਏ ਨੇ, ਜਿੱਥੇ ਦੁਕਾਨਾਂ ਖੁੱਲੀਆਂ ਹੋਈਆਂ ਨੇ, ਜੈ ਚੌਪਰ ਜਿਉ ਚਾਰ ਬਜ਼ਾਰੂ, ਗਮਨਿਓ ਤੂਰਨ ਨਗਰ ਮਝਾਰੂ। ਭਾਈ ਮਰਦਾਨਾ ਛੇਤੀ ਨਾਲ ਗਿਆ। ਹਾਂਜੀ। ਤਹ ਹਾਟਕ ਕੀ ਹਾਟ ਅਨੇਕਾ, ਜਟੇ ਸੁਨਗ ਜੋ ਕਰੈ ਬਬੇਕਾ। ਪਹਿਲਾਂ ਜਾ ਕੇ ਉਹਨੇ ਕੀ ਵੇਖਿਆ ਵੀ ਉੱਥੇ ਤੇ ਸੋਨੇ ਦੀਆਂ ਦੁਕਾਨਾਂ ਨੇ ਤੇ ਦੁਕਾਨਾਂ ਦੇ ਉੱਤੇ ਮਹਿੰਗੇ ਮਹਿੰਗੇ ਨਗ ਜੜੇ ਹੋਏ ਨੇ। ਬੜੀ ਅਮੀਰ ਕੋਈ ਨਗਰੀ ਹੈ, ਬੜਾ ਕੋਈ ਅਮੀਰ ਕੋਈ ਸ਼ਹਿਰ ਹੈ, ਬੜੇ ਬੜੇ ਅਮੀਰ ਉੱਥੋਂ ਦੇ ਲੋਕ ਨੇ। ਤੇ ਪਹਿਲਾਂ ਜਾ ਕੇ ਵੇਖਿਆ ਵੀ ਉੱਥੇ ਤੇ ਸੋਨੇ ਦੀਆਂ ਦੁਕਾਨਾਂ ਬਹੁਤ ਬਣੀਆਂ ਹੋਈਆਂ ਨੇ। ਹਾਂਜੀ। ਜਿਨ ਮੈਂ ਧਰੀ ਮਿਠਾਈ ਰੂਰੇ, ਕਰਿਓ ਤੇ ਹਾਵਲ ਪੂਪਣ ਪੂਰੀ। ਵੇਖਣ ਨੂੰ ਲੱਗਿਆ ਵੀ ਇਹ ਦੁਕਾਨਾਂ ਸੋਨੇ ਦੀਆਂ ਨੇ। ਦੁਕਾਨਾਂ ਸੋਨੇ ਦੀਆਂ ਨਹੀਂ ਸੀ, ਦੁਕਾਨਾਂ ਤੇ ਸੋਨਾ ਲੱਗਾ ਸੀ। ਹੈ ਕੀ ਸੀ? ਹੈਗੀਆਂ ਉਹ ਆਮ ਦੁਕਾਨਾਂ ਸੀ। ਜਿਨ ਮੈਂ ਧਰੀ ਮਠਾਈ ਰੂਰੀ, ਮਠਿਆਈ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਦਰਵਾਜ਼ੇ ਸੋਨੇ ਦੇ ਲਾਏ ਹੋਏ ਸੀ। ਉਹ ਏਡੇ ਅਮੀਰ ਆਦਮੀ ਸੀ। ਅੰਦਰ ਬੜੀਆਂ ਬੜੀਆਂ ਸੁੰਦਰ ਮਠਿਆਈਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ। ਕਰਿਓ ਤਿਹਾਵਲ ਪੂਪਣ ਪੂਰੀ, ਉੱਥੇ ਘਿਓ ਦੇ ਵਿੱਚ ਪੂੜੇ ਪੂੜੀਆਂ ਇਹ ਤਲੀਆਂ ਜਾ ਰਹੀਆਂ ਨੇ। ਬੜੇ ਬੜੇ ਸੁੰਦਰ ਪਕਵਾਨ ਉੱਥੇ ਪੱਕ ਰਹੇ ਨੇ। ਹਾਂਜੀ। ਫਿਰੈ ਮਨਜ ਜਹ ਸੁਰਨ ਸਮਾਨਾ, ਪਟ ਭੂਖਣ ਪਹਿਰੇ ਬਿਦ ਨਾਨਾ। ਇੱਥੇ ਜਿਹੜੇ ਮਨੁੱਖ ਵੀ ਘੁੰਮ ਰਹੇ ਨੇ ਉਹ ਵੀ ਦੇਵਤਿਆਂ ਵਰਗੇ ਨੇ। ਜਿੱਥੇ ਤੁਸੀਂ ਚੰਗੀ ਥਾਂ ਤੇ ਜਾਓਗੇ ਤੁਸੀਂ ਵੇਖੋਗੇ ਬੰਦਿਆਂ ਦੇ ਚਿਹਰੇ ਤੇ ਵੀ ਰੌਣਕ ਹੋਏਗੀ। ਭੁੱਖ ਨਾਲ ਖਿਜਾ ਖਜਾਈ ਨਾਲ ਅੱਧਾ ਕਿਤੇ ਬੰਦਾ ਉਦਾਂ ਹੀ ਸੜਿਆ ਹੁੰਦਾ। ਦੇਵਤਿਆਂ ਵਰਗੇ ਮਨੁੱਖ ਭਾਈ ਮਰਦਾਨੇ ਨੂੰ ਮਿਲੇ ਨੇ। ਫਿਰੇ ਮਨਜ ਜੈ ਸੁਰਨ ਸਮਾਨਾ, ਪਟ ਭੂਖਣ ਪਹਿਰੇ ਬਿਦ ਨਾਨਾ। ਬੜੇ ਬੜੇ ਸੋਹਣੇ ਉਹਨਾਂ ਨੇ ਕੱਪੜੇ ਪਾਏ ਨੇ। ਬੰਦੇ ਅਮੀਰ ਸੀ ਉਹ, ਮਹਿੰਗੇ ਤੋਂ ਮਹਿੰਗੇ ਉਹਨਾਂ ਨੇ ਵਸਤਰ ਧਾਰਨ ਕੀਤੇ ਹੋਏ ਨੇ। ਹਾਂਜੀ। ਪੁਰ ਰਚਨਾ ਪਿਖ ਕੈ ਮਰਦਾਨਾ, ਹਰਖਤ ਹਵੈ ਉਰ ਮੈਂ ਬਿਸਮਾਨਾ। ਭਾਈ ਮਰਦਾਨਾ ਬੜਾ ਪ੍ਰਸੰਨ ਹੋਇਆ। ਇਹੋ ਜੀ ਨਗਰੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੇਖੀ ਹੈ ਵੀ ਇੰਨਾ ਸੁੰਦਰ ਸ਼ਹਿਰ, ਇੰਨੇ ਸੋਹਣੇ ਲੋਕ, ਇੰਨੇ ਸੋਹਣੇ ਉੱਥੇ ਮਹਿੰਗੇ ਬਾਜ਼ਾਰ। ਹਾਂਜੀ। ਇੱਕ ਮਾਨਵ ਕੇ ਜਾਏ ਸਮੀਪਾ, ਬੂਝਿਓ ਕੌਣ ਨਾਮ ਅਵਨੀਪਾ। ਹੁਣ ਭਾਈ ਮਰਦਾਨੇ ਨੇ ਇੱਕ ਬੰਦੇ ਨੂੰ ਜਾ ਕੇ ਪੁੱਛਿਆ ਕਿ ਇਹ ਨਗਰੀ ਦਾ ਨਾਂ ਕੀ ਹੈ। ਬੂਝਿਓ ਕੌਣ ਨਾਮ ਅਵਨੀਪਾ।
ਇੱਥੇ ਜਿਹੜਾ ਰਾਜਾ ਉਹਦਾ ਕੀ ਨਾਂ ਹੈ? ਕੌਣ ਰਾਜਾ ਹੈ ਜਿਹੜਾ ਇੱਥੇ ਰਾਜਾ ਰਾਜ ਕਰਦਾ ਹੈ? ਹਾਂਜੀ। ਪੁਨ ਇਸ ਪੁਰ ਕੋ ਨਾਮ ਬਤਾਵੋ, ਮੁਝ ਟਿਗ ਸਰਬ ਬਿਰਤਾਂਤ ਸੁਣਾਵੋ। ਫਿਰ ਇਹ ਵੀ ਦੱਸੋ ਵੀ ਨਗਰੀ ਦਾ ਨਾਂ ਕੀ ਹੈ। ਫਿਰ ਇਹ ਦੱਸੋ ਕਿ ਵੀ ਇਹ ਨਗਰੀ ਕਿਵੇਂ ਵਸੀ ਹੈ, ਕਿੰਨੀ ਕੁ ਪੁਰਾਣੀ ਨਗਰੀ ਹੈ, ਕਿੰਨਾ ਕੁ ਪੁਰਾਣਾ ਸ਼ਹਿਰ ਹੈ, ਰਾਜਾ ਕੌਣ ਹੈ, ਨਗਰ ਦਾ ਨਾਂ ਕੀ ਹੈ, ਨਗਰੀ ਹੈ ਕਿੰਨੀ ਪੁਰਾਣੀ ਹੈ, ਇੱਥੋਂ ਦਾ ਇਤਿਹਾਸ ਕੀ ਹੈ, ਇਹ ਮੈਨੂੰ ਦੱਸੋਗੇ ਤੁਸੀਂ? ਹਾਂਜੀ। ਕਿਹ ਬਿਦ ਹੋਤ ਇਹਾਂ ਬਿਵਹਾਰਾ, ਜਿਹ ਕੰਚਨ ਕੇ ਬਣੇ ਬਜਾਰਾ। ਕਿਹ ਬਿਦ ਹੋਤ ਇਹਾਂ ਬਿਵਹਾਰਾ, ਇੱਥੇ ਵਣਜ ਵਪਾਰ ਕਿਵੇਂ ਚੱਲਦਾ ਹੈ, ਕਾਰੋਬਾਰ ਕਿਵੇਂ ਹੁੰਦਾ ਹੈ, ਧੰਦਾ ਕਿਵੇਂ ਚੱਲਦਾ ਹੈ? ਜੇ ਕੰਚਨ ਕੇ ਬਨੇ ਬਜ਼ਾਰਾ, ਭਾਈ ਮਰਦਾਨਾ ਕਹਿੰਦਾ ਵੀ ਮੈਂ ਸੋਨੇ ਦੀਆਂ ਦੁਕਾਨਾਂ ਤਾਂ ਵੇਖੀਆਂ ਨੇ, ਪਰ ਸੋਨੇ ਦੀਆਂ ਹੱਟੀਆਂ ਨਹੀਂ ਵੇਖੀਆਂ। ਹੱਟੀ 'ਚ ਸੋਨਾ ਹੋਵੇ ਤੇ ਗੱਲ ਸਮਝ ਆ ਗਈ। ਅੱਜ ਵੀ ਤੁਸੀਂ ਵੇਖੋ, ਜਿੰਨੇ ਮਰਜ਼ੀ ਦਿੱਲੀ, ਬੰਬੇ ਦੇ, ਕਲਕੱਤੇ ਦੇ ਵੱਡੇ ਜਵੈਲਰ ਦੀ ਦੁਕਾਨ ਤੇ ਜਾਓਗੇ ਤੇ ਸ਼ਟਰ ਤੇ ਲੋਹੇ ਦਾ ਹੀ ਹੋਏਗਾ ਨਾ, ਬਹੁਤਾ ਹੋਏਗਾ ਤੇ ਅੰਦਰ ਸ਼ੀਸ਼ੇ ਲੱਗੇ ਹੋਣਗੇ। ਪਰ ਇਹ ਨਹੀਂ ਹੋ ਸਕਦਾ ਵੀ ਸ਼ਟਰ ਵੀ ਸੋਨੇ ਦਾ ਹੋਵੇ ਤੇ ਦਰਵਾਜ਼ੇ ਵੀ ਸੋਨੇ ਦੇ ਹੋਣ। ਸੋਨੇ ਦੀਆਂ ਦੁਕਾਨਾਂ ਅਸੀਂ ਵੇਖੀਆਂ ਹੋਣਗੀਆਂ, ਪਰ ਉਹਦਾ ਮਤਲਬ ਹੈ ਵੀ ਅੰਦਰ ਸੋਨਾ ਹੈ। ਪਰ ਇੱਥੇ ਅੰਦਰ ਮਠਿਆਈ ਹੈ ਤੇ ਦੁਕਾਨ ਸੋਨੇ ਦੀ ਬਣੀ ਹੋਈ ਹੈ, ਸੋਨੇ ਨਾਲ ਬਣੀ ਹੋਈ ਹੈ। ਭਾਈ ਮਰਦਾਨਾ ਜੀ ਉਹਨਾਂ ਨੂੰ ਪੁੱਛਦਾ ਹੈ ਕਿ ਕਿਹ ਬਿਦ ਹੋਤ ਇਹਾਂ ਵਿਵਹਾਰ, ਵੀ ਇੱਥੇ ਵਣਜ ਵਪਾਰ ਕਿਵੇਂ ਹੁੰਦਾ ਹੈ, ਖਰੀਦੋ ਫਰੋਖਤ ਕਿਵੇਂ ਕਰਦੇ ਨੇ ਲੋਕ। ਹੋ ਸਕਦਾ ਭਾਈ ਮਰਦਾਨੇ ਦੇ ਤਾਂ ਖਾਣੇ ਵੀ ਗਈ ਹੋਵੇ, ਬੇਡੀ ਮਹਿੰਗੀ ਥਾਂ ਤੋਂ ਮੈਨੂੰ ਕੀ ਮਿਲਣਾ ਹੈ ਖਾਣ ਨੂੰ। ਦੇਖੋ, ਸਸਤੀ ਥਾਂ ਤੇ ਭੋਜਨ ਵੀ ਸਸਤਾ ਮਿਲੇਗਾ, ਮਹਿੰਗੀ ਥਾਂ ਤੇ ਭੋਜਨ ਵੀ ਮਹਿੰਗਾ ਹੋ ਜਾਏਗਾ। ਹਾਂਜੀ। ਤਹਿ ਨਰ ਨਹਿ ਸੁਨ ਬਚਨ ਉਚਾਰਾ, ਨਾਮ ਸਵਰਨਪੁਰ ਪ੍ਰਗਟ ਉਦਾਰਾ। ਉਸ ਬੰਦੇ ਨੇ ਕਿਹਾ ਵੀ ਇਹਦਾ ਨਾਂ ਚਾਂਦਪੁਰ ਸਵਰਨਪੁਰ ਹੈ। ਚਾਂਦਪੁਰ ਕਹਿ ਦੋ ਤਾਂ ਵੀ ਠੀਕ ਹੈ, ਸਵਰਨਪੁਰ ਕਹਿ ਦਿਓ ਤਾਂ ਵੀ ਠੀਕ ਹੈ। ਹਾਂਜੀ। ਕਵਲ ਨੈਣ ਨ੍ਰਿਪ ਰਾਜਨ ਰਾਜਾ, ਜਹ ਸਮ ਦੂਸਰ ਕੋਏ ਨਾ ਆਜਾ। ਰਾਜੇ ਦਾ ਨਾਂ ਜਿਹੜਾ ਹੈ ਉਹ ਕੌਲ ਨੈਣ ਹੈ। ਕੌਲ ਨੈਣ ਕਹਿ ਦਿਓ, ਕਮਲ ਨੈਣ ਕਹਿ ਦਿਓ। ਕਮਲ ਇੱਕ ਫੁੱਲ ਨੂੰ ਕਹਿੰਦੇ ਨੇ। ਗੁਰਬਾਣੀ ਵਿੱਚ ਕਮਲ ਫੁੱਲ ਦੀ ਬਹੁਤ ਉਦਾਹਰਣ ਆਉਂਦੀ ਹੈ। ਬੜਾ ਵੱਡਾ ਸਾਰਾ ਫੁੱਲ ਹੁੰਦਾ ਹੈ। ਇਹ ਤਸ਼ਬੀਹ ਹੈ ਕਿ ਜਿਹਦੀਆਂ ਮੋਟੀਆਂ ਮੋਟੀਆਂ ਅੱਖਾਂ ਹੋਣ, ਆਪਾਂ ਕਹਿ ਦਿੰਦੇ ਵੀ ਇਹ ਤੇ ਕਮਲ ਨੈਣ ਹੈ, ਸੋਹਣੀਆਂ ਅੱਖਾਂ ਵਾਲਾ। ਰਾਜੇ ਦਾ ਨਾਂ ਜਿਹੜਾ ਹੈ ਉਸ ਵਿਅਕਤੀ ਨੇ ਦੱਸਿਆ ਵੀ ਕੌਲ ਨੈਣ ਹੈ। ਜੈ ਸਮ ਦੂਸਰ ਕੋਏ ਨਾ ਆਜਾ। ਉਹ ਵਿਅਕਤੀ ਕਹਿਣ ਲੱਗਾ ਵੀ ਜਿਹੋ ਜਿਹਾ ਸਾਡਾ ਰਾਜਾ ਹੈ ਨਾ, ਇਹੋ ਜਿਹਾ ਰਾਜਾ ਦੁਨੀਆ ਦੇ ਵਿੱਚ ਕਦੇ ਹੋਇਆ ਹੀ ਨਹੀਂ, ਕੋਈ ਹੋ ਹੀ ਨਹੀਂ ਸਕਦਾ। ਹਾਂਜੀ। ਨਹੀਂ ਬੋਲ ਕਹਿ ਵਸਤ ਕੋ, ਜੋ ਚਾਹਤ ਸੋ ਲੇਤ। ਕਿਉਂਕਿ ਇਸ ਨਗਰੀ ਦੀ ਕੋਈ ਚੀਜ਼ ਜਿਹੜੀ ਹੈ ਉਹ ਵਕਾਊ ਨਹੀਂ ਹੈ। ਦੁਕਾਨ ਤੇ ਚੀਜ਼ਾਂ ਪਈਆਂ ਨੇ, ਖਾ ਲਓ ਜਿਹੜੀ ਖਾਣੀ ਹੈ ਤੁਸੀਂ ਲੈ ਲਓ, ਪਰ ਉਹਦੀ ਕੀਮਤ ਕੋਈ ਨਹੀਂ ਹੈ। ਤੁਹਾਨੂੰ ਪੈਸੇ ਪੁੱਛਣ ਦੀ ਲੋੜ ਨਹੀਂ, ਨਾ ਕੋਈ ਤੁਹਾਡੇ ਕੋਲੋਂ ਮੁੱਲ ਲਵੇਗਾ, ਨਾ ਉਹਦਾ ਤੁਸੀਂ ਕੋਈ ਮੁੱਲ ਤਾਰੋਗੇ, ਉਹਦਾ ਕੋਈ ਮੁੱਲ ਨਹੀਂ ਦੇਣਾ ਤੁਸੀਂ। ਨਹੀਂ ਮੋਲ ਕੈ ਵਸਤ ਕੋ, ਜੋ ਚਾਹਤ ਸੋ ਲੇਤ। ਲੈ ਲਓ ਭਾਜੀ ਤੁਸੀਂ ਜੋ ਲੈਣਾ ਹੈ। ਇਹ ਸਾਰੀਆਂ ਚੀਜ਼ਾਂ ਫ੍ਰੀ ਨੇ, ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੈ। ਹਾਂਜੀ। ਮਦਰ ਅਸਨ ਜੇ ਹਾਟ ਪਰ, ਧਰਮ ਅਰਥ ਸਭ ਦੇਤ। ਮਦਰ ਅਸਨ ਜੇ ਹਾਟ ਪਰ, ਇਹ ਜਿਹੜੇ ਹੱਟੀਆਂ ਦੇ ਉੱਤੇ ਮਿੱਠੇ ਪਦਾਰਥ ਨੇ, ਧਰਮ ਅਰਥ ਸਭ ਦੇ। ਤੇ ਰਾਜੇ ਦਾ ਹੁਕਮ ਹੈ ਕਿ ਕੋਈ ਵੀ ਵਿਅਕਤੀ ਆਵੇ ਤੇ ਉਹ ਧਰਮ ਅਰਥ ਲੈ ਕੇ ਜਾ ਸਕਦਾ ਹੈ। ਸਭ ਸੇਵਾ ਵਾਸਤੇ ਨੇ, ਜਿਹਦਾ ਦਿਲ ਕਰੇ ਲੈ ਕੇ ਖਾ ਲਵੇ।
ਹਾਂਜੀ। ਦੇਸ ਬਦੇਸੀ ਜੋ ਜਹ ਚਾਹੀ, ਦੇਤ ਬਹੀ ਨ ਬੋਲ ਸਭ ਤਾਹੀ। ਅੱਜ ਵੀ ਇਸ ਧਰਤੀ ਦੇ ਉੱਪਰ ਕਈ ਥਾਵਾਂ ਐਸੀਆਂ ਨੇ, ਖਾਸ ਕਰਕੇ ਕੁਵੈਤ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੂੰ ਕੁਵੈਤੀ ਕਹਿੰਦੇ ਨੇ ਨਾ, ਬਹੁਤੇ ਬੰਦੇ ਕੰਮ ਹੀ ਨਹੀਂ ਕਰਦੇ, ਰਾਜਾ ਹੀ ਉਹਨਾਂ ਨੂੰ ਇੰਨੇ ਪੈਸੇ ਦੇਈ ਜਾਂਦਾ ਹੈ। ਜਿਹੜੇ ਕੰਮ ਕਰਦੀ ਉਹ ਇੱਥੋਂ ਲੇਬਰ ਜਾਂਦੀ ਹੈ ਬਾਹਰੋਂ, ਕੋਈ ਪਾਕਿਸਤਾਨੀ ਹੈ, ਕੋਈ ਬੰਗਲਾਦੇਸ਼ੀ ਹੈ, ਕੋਈ ਹਿੰਦੁਸਤਾਨੀ ਹੈ, ਕੋਈ ਇੰਡੀਅਨ ਹੈ। ਮੈਂ ਤਾਂ ਉੱਥੇ 2 ਸਾਲ ਪਹਿਲਾਂ ਗਿਆ ਸੀਗਾ, ਤੇ ਮੈਂ ਤਾਂ ਸੁਣ ਕੇ ਹੈਰਾਨ ਸੀ, ਕਹਿੰਦੇ ਕਾਨੂੰਨ ਵੀ ਸਾਰੇ ਬਾਹਰਲਿਆਂ ਵਾਸਤੇ ਹੈ। ਉਹ ਕੁਵੈਤੀਆਂ ਨੂੰ ਰਾਜਾ ਕਹਿੰਦਾ ਵੀ ਕੁਝ ਨਹੀਂ ਬਹੁਤਾ, ਛੋਟਾ ਜਿਹਾ ਤੇ ਮੁਲਕ ਹੈ, ਤੇ ਅਮੀਰੀ ਕਿੰਨੀ ਹੈ ਵੀ ਆਪਣੇ ਉਹਨਾਂ ਦੇ ਏਅਰਪੋਰਟ ਨੇ, ਆਪਣੀਆਂ ਏਅਰਲਾਈਨ ਨੇ ਉਹਨਾਂ ਦੀਆਂ। ਕੁਵੈਤ ਏਅਰ ਜਿਹੜੀ ਹੈ ਉਹਨਾਂ ਦੀ ਆਪਣੀ ਹੈ, ਛੋਟੀ ਜਿਹੀ ਥਾਂ ਤੇ 2 ਏਅਰਪੋਰਟ ਨੇ ਉਹਨਾਂ ਦੇ। ਕੁਵੈਤ ਕੋਈ ਬਹੁਤਾ ਵੱਡਾ ਨਹੀਂ ਹੈ, ਪਰ ਹੁਣ ਇਹ ਉਸ ਤੋਂ ਵੀ ਵਧੀਆ ਕਿਸੇ ਨਗਰੀ ਦਾ ਕਵੀ ਜੀ ਨੇ ਅੱਜ ਇੱਥੇ ਜ਼ਿਕਰ ਕੀਤਾ। ਸਵਰਨਪੁਰ ਉਹਦਾ ਨਾਮ ਹੈ, ਕੌਲ ਨੈਣ ਇੱਥੋਂ ਦਾ ਰਾਜਾ ਹੈ, ਭੋਜਨ ਜਿਹੜਾ ਹੈ ਉਹ ਫ੍ਰੀ ਹੈ। ਮੈਂ ਉੱਥੋਂ ਆ ਕੇ ਵੀ ਬੇਨਤੀ ਕੀਤੀ ਸੀ ਕਿ ਉੱਥੇ ਜਦੋਂ ਮੈਂ ਗਿਆ ਤਾਂ ਉੱਥੇ ਜਿਹੜਾ ਉਹ ਦਿੰਦੇ ਨੇ 버ਗਰ ਵਾਂਗ ਕੋਈ ਸੈਂਡਵਿਚ ਦਿੰਦੇ ਨੇ, ਕਹਿੰਦੇ ਵੀ ਉਹਦੀ ਕੀਮਤ ਅੱਜ ਵੀ ਓਨੀ ਹੈ, ਤੇ ਅੱਜ ਤੋਂ 25 30 40 ਸਾਲ ਪਹਿਲਾਂ ਵੀ ਓਨੀ ਸੀ। ਉੱਥੋਂ ਦੇ ਰਾਜੇ ਦਾ ਹੁਕਮ ਹੈ ਵੀ ਖਾਣ ਵਾਸਤੇ ਬੰਦੇ ਨੂੰ ਮਹਿੰਗਾ ਨਹੀਂ ਹੋਣਾ ਚਾਹੀਦਾ। ਤੁਸੀਂ ਅਮਰੀਕਾ ਕੈਨੇਡਾ ਜਾਓਗੇ ਨਾ, ਹਰ ਚੀਜ਼ ਮਹਿੰਗੀ ਮਿਲੇਗੀ ਤੁਹਾਨੂੰ, ਲੇਬਰ ਬੜੀ ਮਹਿੰਗੀ ਹੈ, ਪਰ ਫੂਡ ਬਹੁਤ ਸਸਤਾ ਹੈ। ਇੰਡੀਆ ਨਾਲੋਂ ਸਸਤੀ ਰੋਟੀ ਮਿਲ ਜਾਂਦੀ ਤੁਹਾਨੂੰ ਉੱਥੇ, ਗਰੋਸਰੀ ਸਸਤੀ ਹੈ ਇੱਥੋਂ ਨਾਲੋਂ। ਇੱਥੋਂ ਦੀ ਨਿਸਬਤ ਉੱਥੇ ਤੇਲ ਬਹੁਤ ਸਸਤਾ ਹੈ। ਕਦੇ ਪੁੱਛ ਕੇ ਵੇਖ ਲਿਓ ਕਿਸੇ ਨੂੰ ਵੀ ਉੱਥੇ ਪੈਟਰੋਲ ਕੀ ਰੇਟ ਹੈ, ਉੱਥੇ ਡੀਜ਼ਲ ਕੀ ਰੇਟ ਹੈ। ਸਾਨੂੰ ਲੱਗਦਾ ਵੀ ਉਹ ਬੜੇ ਮਹਿੰਗੇ ਮੁਲਕ ਨੇ, ਸਗੋਂ ਲੇਬਰ ਉੱਥੇ ਜ਼ਿਆਦਾ ਹੈ। ਇੱਥੇ ਬੰਦੇ ਨੂੰ 300 ਰੁਪਈਆ ਮਿਲਦਾ ਹੈ, ਉੱਥੇ 150 200 ਡਾਲਰ ਤੋਂ ਥੱਲੇ ਲੇਬਰ ਹੀ ਨਹੀਂ ਹੈਗੀ। 10,000 ਤੋਂ ਉੱਪਰ ਰੁਪਈਆ ਮਿਲਦਾ ਇੱਕ ਬੰਦੇ ਨੂੰ ਇੱਕ ਦਿਹਾੜੀ ਦਾ, ਇੱਥੇ 300 ਰੁਪਈਆ ਮਿਲਦਾ। ਉੱਥੇ 10 ਡਾਲਰ ਦਾ ਬੰਦਾ ਪੀਜ਼ਾ ਲੈ ਕੇ ਆਰਾਮ ਨਾਲ ਬਹਿ ਕੇ ਖਾ ਸਕਦਾ ਹੈ, ਇੱਥੇ 10 ਤੋਂ 700 ਰੁਪਈਏ 'ਚ ਕੀ ਮਿਲਦਾ? ਕੁਝ ਵੀ ਨਹੀਂ ਮਿਲਦਾ। 300 ਦੀ ਦਿਹਾੜੀ ਵਾਲਾ 700 ਦੀ ਰੋਟੀ ਕਿੱਥੋਂ ਖਾ ਲੇਗਾ? ਜਿਹਦੀ ਦਿਹਾੜੀ 150 200 ਡਾਲਰ ਹੈ, ਉਹਨੂੰ 10 ਰੁਪਏ ਦਾ ਪੀਜ਼ਾ ਖਾਂਦਿਆਂ ਕੋਈ ਤਕਲੀਫ ਨਹੀਂ ਹੈ। ਪ੍ਰੀਥੋਂ ਵਾਲਾ ਆਦਮੀ ਤੇ ਪੀਜ਼ਾ ਵੇਖ ਹੀ ਸਕਦਾ, ਕਿਤੇ ਸੜਕ ਤੇ ਲੰਘਦਾ ਬੋਰਡ ਲੱਗਾ ਹੋਵੇ ਤਾਂ ਖਾ ਤਾਂ ਨਹੀਂ ਸਕਦਾ। ਉਸ ਰਾਜੇ ਦੀ ਵਡਿਆਈ ਇਹ ਹੈ ਕਿ ਉਸ ਰਾਜੇ ਨੇ ਹੁਕਮ ਕੀਤਾ ਹੋਇਆ ਹੈ ਕਿ ਮਦਰ ਅਸਨ ਜੇ ਹਾਟ ਪਰ ਧਰਮ ਅਰਥ ਸਭ ਦੇਤ। ਦੁਕਾਨਦਾਰਾਂ ਨੂੰ ਕਿਹਾ ਵੀ ਇਹ ਧਰਮ ਦੇ ਨਾਂ ਤੇ ਦੇਈ ਜਾਓ, ਜੋ ਘਾਟਾ ਹੋਏਗਾ ਮੈਂ ਪੂਰਾ ਕਰਾਂਗਾ। ਮਿਲੇਗਾ ਕੋਈ ਐਸਾ ਧਰਮੀ ਰਾਜਾ ਤੁਹਾਨੂੰ? ਹਾਂਜੀ। ਦੇਸ ਬਦੇਸ਼ੀ ਜੋ ਜਹ ਚਾਹੀ, ਦੇਤ ਬਹੀ ਨ ਬੋਲ ਸਭ ਤਾਹੀ। ਇਸ ਕਰਕੇ ਕੋਈ ਦੇਸੀ ਆਵੇ ਵਿਦੇਸ਼ੀ ਆਵੇ, ਕੋਈ ਆ ਕੇ ਤੁਹਾਡੇ ਕੋਲੋਂ ਕੋਈ ਚੀਜ਼ ਮੰਗੇ ਤੇ ਤੁਸੀਂ ਉਹਦੇ ਨਾਲ ਪੈਸੇ ਦੀ ਝਗੜਾ ਨਹੀਂ ਕਰਨਾ, ਧਰਮ ਦੇ ਨਾਂ ਤੇ ਦੇ ਦੇਣਾ ਵੀ ਲੈ ਜਾਓ ਜੀ, ਠੀਕ ਹੈ, ਧੰਨ ਭਾਗ। ਜਿਵੇਂ ਆਪਾਂ ਲੰਗਰ ਦੀ ਸੇਵਾ ਕਰੀਏ ਤੇ ਫਿਰ ਆਪਾਂ ਬੱਸਾਂ ਰੋਕਦੇ ਹਾਂ, ਡੰਡਿਆਂ ਨਾਲ ਬੱਸਾਂ ਰੋਕਣੀਆਂ ਪੈਂਦੀਆਂ ਨੇ। ਮੈਂ ਵੀ ਕਈ ਵਾਰੀ ਸੋਚਦਾ ਸੀ ਵੀ ਡੰਡੇ ਨਾਲ ਬੱਸ ਕਿਉਂ ਰੋਕਦੇ ਨੇ, ਅੱਗੇ ਰੱਸੀ ਲਾ ਕੇ ਬੱਸ ਕਿਉਂ ਰੋਕਦੇ ਨੇ? ਅਸਲ ਸਿਰ ਨੂੰ ਧਰਮ ਨਹੀਂ ਚੜ੍ਹਦਾ ਵੀ ਜੇ 4 ਘੰਟੇ ਦਾਲ ਪਈ ਰਹੀ ਤੇ ਉਹ ਤਾਂ ਖੱਟੀ ਹੋ ਜਾਣੀ, ਸਿਰ 'ਚ ਪਾਉਣੀ ਮੁੜ ਕੇ। ਜੇ ਬਣਾ ਹੀ ਲਈ ਹੈ ਧਰਮ ਵਾਸਤੇ ਤੇ ਫਿਰ ਹੱਥ ਜੋੜ ਕੇ ਛਕਾਉਣ ਵਾਲਾ ਮਸਲਾ ਹੈ। ਉੱਥੇ ਉਡੀਕਣ ਦੀ ਲੋੜ ਨਹੀਂ ਵੀ ਅਗਲਾ ਕਵੇ ਜੀ ਮੈਨੂੰ ਭੁੱਖ ਲੱਗੀ ਰੋਟੀ ਦਿਓਗੇ, ਉੱਥੇ ਤੇ ਆਪ ਹੀ ਹੱਥ ਜੋੜਨੇ ਪੈਣੇ, ਭਾਈ ਗਰਮ ਗਰਮ ਖਾ ਲਓ, ਨਹੀਂ ਤੇ ਰੋਟੀਆਂ ਸੁੱਕ ਕੇ ਲੱਕੜ ਵਰਗੀਆਂ ਹੋ ਜਾਣੀਆਂ ਤੇ ਦਾਲ ਖੱਟੀ ਹੋ ਜਾਣੀ ਹੈ। ਤੇ ਸਾਡੀ ਸੇਵਾ ਤੇ ਗਈ ਸਾਰੀ ਰਾਤ ਦੇ, ਅਸੀਂ ਸਬਜ਼ੀਆਂ ਕੱਟਣ ਲੱਗੇ ਸੜਕ ਤੇ ਬਹਿ ਕੇ। ਰਾਜੇ ਦਾ ਹੁਕਮ ਇਹ ਸੀ ਕਿ ਧਰਮ ਦੇ ਨਾਂ ਤੇ ਸਭ ਨੂੰ ਦੇਣਾ ਹੈ। ਹਾਂਜੀ। ਹਰਖਿਓ ਮਰਦਾਨਾ ਬਚ ਭਾਖੇ, ਸ਼ੁਦਾ ਬੁਝੇ ਭੋਜਨ ਕੀ ਕਾਖੇ। ਭਾਈ ਮਰਦਾਨਾ ਤੇ ਖੁਸ਼ ਹੋ ਗਿਆ ਵੀ ਕਮਾਲ ਹੈ, ਜੋ ਮਰਜ਼ੀ ਲਵੋ। ਤੇ ਭਾਈ ਮਰਦਾਨੇ ਨੇ ਉਹਨੂੰ ਖੁਸ਼ੀ ਨਾਲ ਕਿਹਾ, ਕਹਿੰਦਾ ਯਾਰ ਫਿਰ ਮੈਨੂੰ ਤੇ ਬੜੀ ਭੁੱਖ ਲੱਗੀ ਹੈ,
ਵੀਰ ਮੈਨੂੰ ਤੇ ਬੜੀ ਭੁੱਖ ਲੱਗੀ ਹੈ, ਮੈਂ ਕੁਝ ਖਾਣਾ ਚਾਹੁੰਦਾ। ਉਹ ਕਹਿਣ ਲੱਗਾ ਖਾਓ। ਫਿਰ ਭਾਈ ਮਰਦਾਨਾ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ। ਕਹਿੰਦਾ ਯਾਰ ਤੂੰ ਲੈ ਕੇ ਦੇ ਮੈਨੂੰ। ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਫਿਰ ਭਾਈ ਮਰਦਾਨੇ ਨੇ ਉਸ ਬੰਦੇ ਨੂੰ ਪੁੱਛਿਆ ਵੀ ਤੇਰਾ ਕੀ ਨਾਂ ਹੈ? ਉਹ ਕਹਿੰਦਾ ਮੇਰਾ ਨਾਂ ਧਰਮ ਸਿੰਘ ਹੈ। ਫਿਰ ਉਹਨੇ ਆਪਣਾ ਨਾਮ ਵੀ ਦੱਸਿਆ। ਭਾਈ ਮਰਦਾਨੇ ਨੇ ਆਪਣੀ ਗੱਲ ਕੀਤੀ ਹੈ, ਕਹਿਣ ਲੱਗਾ ਵੀ ਮੈਨੂੰ ਲੱਜਾ ਆਉਂਦੀ ਵੀ ਮੈਂ ਮੰਗਾ ਜਾ ਕੇ, ਵੀ ਜੇ ਸਾਰਾ ਕੁਝ ਹੀ ਮੁਫਤ ਹੈ ਤੇ ਫਿਰ ਇਦਾਂ ਕਰ ਵੀ ਤੂੰ ਹੀ ਮੈਨੂੰ ਪਕੜਾ ਦੇ। ਫਿਰ ਉਹਨੇ 2.5 ਸੇਰ ਭੋਜਨ ਜਿਹੜਾ ਸੀ ਉਹ ਭਾਈ ਮਰਦਾਨੇ ਨੂੰ ਦਿੱਤਾ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।